अपनी बोली अपनी पहचान पंजाबी हर महफिल दी जान पंजाबियां दी है फखरी शान अपनी बोली अपनी पहचान गट पंजाबी गट पंजाबी गट पंजाबी पंजाबी गट पंजाबी गट पंजाबी। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪਹਿਲਾਂ ਕੁਝ ਸੁਰਖੀਆਂ ਦੀ ਗੱਲ ਕਰਾਂਗੇ, ਕੁਝ ਚੋਣਵੀਆਂ ਖਬਰਾਂ, ਉਹਨਾਂ ਦੇ ਉੱਤੇ ਕੁਝ ਤੁਹਾਨੂੰ ਜਾਣਕਾਰੀ ਦੇਵਾਂਗੇ ਪਰ ਕਾਫੀ ਗੰਭੀਰਤਾ ਦੇ ਨਾਲ। ਔਰ ਉਸ ਦੇ ਬਾਅਦ ਜਿਹੜਾ ਅੱਜ ਦਾ ਮੁੱਖ ਮੁੱਦਾ ਹੈ ਉਹ ਸ਼ਾਇਦ ਮੁੱਢ ਕਦੀਮ ਦਾ ਮੁੱਦਾ ਹੈ, ਜਦੋਂ ਤੋਂ ਸਿੱਖ ਪੰਥ ਦੀ ਨੀਂਹ ਰੱਖੀ ਗਈ, ਇਸ ਨਿਆਰੇ ਪੰਥ ਦੀ ਨੀਂਹ ਰੱਖੀ ਗਈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਸ ਪੰਥ ਨੂੰ ਇਸ ਦੀ ਹੋਂਦ ਦੇ ਉੱਤੇ ਸ਼ੁਰੂ ਤੋਂ ਹੀ ਵੱਖ-ਵੱਖ ਤਰੀਕਿਆਂ ਦੇ ਨਾਲ ਕਈ ਕਿਸਮ ਦੇ ਤਰੀਕੇ ਵਰਤੇ ਗਏ। ਇਸ ਨੂੰ ਇਸ ਰੂਪ ਵਿੱਚ ਨਾ ਵੇਖਿਆ ਜਾਏ ਜਾਂ ਪੰਥ ਦੀ ਹੋਂਦ ਤੋਂ ਹੀ ਮੁਨਕਰ ਹੋਣ ਦੀ ਜਾਂ ਪੰਥ ਦੀ ਹੋਂਦ ਸਮਾਪਤ ਕਰ ਦੇਣ ਦੀ। ਉਹ ਬਾਰ-ਬਾਰ ਮੁੱਦਾ ਉੱਠਦਾ ਰਿਹਾ, ਕਈ ਦਫਾ ਉੱਠਿਆ, ਕਈ ਦਫਾ ਇਸ 'ਤੇ ਜਵਾਬ ਦਿੱਤੇ ਗਏ, ਪਰ ਹੁਣ ਇੱਕ ਵਾਰ ਫਿਰ ਦੁਬਾਰਾ RSS ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਸ਼੍ਰੀ ਮੋਹਨ ਭਾਗਵਤ ਨੇ ਇੱਕ ਵਾਰ ਫਿਰ ਨਵੇਂ ਵਿਵਾਦ ਨੂੰ ਜਨਮ ਦਿੱਤਾ ਹੈ ਕਿ ਜਿਹੜੇ ਵੀ ਲੋਕ ਹਿੰਦੁਸਤਾਨ ਵਿੱਚ ਰਹਿੰਦੇ ਹਨ ਉਹ ਸਾਰੇ ਦੇ ਸਾਰੇ ਹਿੰਦੂ ਹਨ ਅਤੇ ਸਿੱਖ ਵੀ ਹਿੰਦੂ ਹਨ। ਇਸ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਫੀ ਤਿੱਖਾ ਪ੍ਰਤੀਕਰਮ ਆਇਆ ਹੈ ਔਰ ਆਉਣਾ ਵੀ ਚਾਹੀਦਾ ਸੀ। ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਔਰ ਥੋੜ੍ਹੀ ਦੇਰ ਤੱਕ ਵਿਸਥਾਰ ਸਹਿਤ ਗੱਲਬਾਤ ਕਰਾਂਗੇ। ਪਰ ਪਹਿਲੇ ਇੱਕ ਦੋ ਬਹੁਤ ਹੀ ਮਹੱਤਵਪੂਰਨ ਸੁਰਖੀਆਂ ਹਨ ਜਿਹੜੀਆਂ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗੇ। ਪਹਿਲੀ ਹੈ ਕਿ ਪੰਜਾਬ ਦੇ ਵਿੱਚ ਇੱਕ ਬਦਨੁਮਾ ਦਾਗ ਪੰਜਾਬ ਸਰਕਾਰ ਦੇ ਉੱਤੇ, ਹਕੂਮਤ ਦੇ ਉੱਤੇ, ਦੇਸ਼ ਦੇ ਉੱਤੇ ਲੱਗਦਾ ਰਿਹਾ ਹੈ ਔਰ ਜਿਹੜਾ ਸਾਬਤ ਵੀ ਹੁੰਦਾ ਰਿਹਾ ਹੈ ਉਹ ਹੈ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਜਾਂ ਹਿਰਾਸਤ ਦੇ ਵਿੱਚ ਨੌਜਵਾਨਾਂ ਦਾ ਕਤਲ ਕਰ ਦੇਣਾ। ਇਸੇ ਸਿਲਸਿਲੇ ਵਿੱਚ 1992 ਦੇ ਵਿੱਚ ਇੱਕ ਨੌਜਵਾਨ ਪਰਮਜੀਤ ਸਿੰਘ, ਉਹਨਾਂ ਨੂੰ ਪਕੜ ਕੇ ਬਠਿੰਡਾ ਪੁਲਿਸ ਲੈ ਗਈ ਔਰ 14 ਪੁਲਿਸ ਵਾਲੇ ਉਸ ਦੇ ਵਿੱਚ ਨਾਮਜ਼ਦ ਹੋਏ ਔਰ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਅਸੀਂ ਜਦੋਂ ਦੋਸ਼ੀ ਪਰਮਜੀਤ ਸਿੰਘ ਨੂੰ ਲੈ ਕੇ ਜਾ ਰਹੇ ਸੀ ਹਥਿਆਰਾਂ ਦੀ ਸ਼ਨਾਖਤ ਕਰਾਉਣ ਲਈ ਤਾਂ ਰਸਤੇ ਦੇ ਵਿੱਚ ਕਿਸੇ ਨੇ ਹਮਲਾ ਕੀਤਾ, ਪਰਮਜੀਤ ਸਿੰਘ ਭੱਜ ਗਿਆ। ਜਿਹੜੀ ਕਹਾਣੀ ਹਮੇਸ਼ਾ ਸੁਣਾਈ ਜਾਂਦੀ ਹੈ ਉਹੀ ਦੁਬਾਰਾ ਦੁਹਰਾ ਕੇ ਉਹੀ ਕਹਾਣੀ ਸੁਣਾਈ ਗਈ। ਪਰ 1992 ਦਾ ਮੁਕੱਦਮਾ ਹੁਣ ਬਠਿੰਡਾ ਦੇ ਅਦਾਲਤ ਨੇ, ਐਡੀਸ਼ਨਲ ਸੈਸ਼ਨ ਜੱਜ ਨੇ 14 ਪੁਲਿਸ ਮੁਲਾਜ਼ਮ ਜਿਨ੍ਹਾਂ ਦੇ ਉੱਤੇ ਇਹ ਦੋਸ਼ ਸਨ, 10 ਤਾਰੀਖ ਨੂੰ ਸੈਸ਼ਨ ਜੱਜ ਨੇ ਉਹਨਾਂ ਨੂੰ ਦੋਸ਼ੀ ਮੰਨਿਆ ਔਰ ਉਹਦੇ ਵਿੱਚੋਂ 11 ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ, ਜਿਹੜੀ ਕਿ ਇਹ ਇੱਕ ਬਹੁਤ ਵੱਡਾ ਮੁਕੱਦਮਾ ਹੈ ਜਿਸ ਦੇ ਵਿੱਚ ਸਾਬਤ ਹੋਇਆ ਔਰ ਉਹ ਗੱਲ ਪੁਲਿਸ ਦੇ ਉੱਤੇ ਇੱਕ ਕਿਸਮ ਦਾ ਬਹੁਤ
ਬਦਨਾਮ ਧੱਬਾ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਨੌਜਵਾਨਾਂ ਨੂੰ ਫੜ ਕੇ ਉਹਨਾਂ ਨੂੰ ਕਤਲ ਕਰ ਦਿੰਦੇ ਸੀ। 3 ਪੁਲਿਸ ਵਾਲੇ, ਉਹਨਾਂ ਦੇ ਵਿੱਚੋਂ 14 ਦੇ ਵਿੱਚੋਂ 2 ਪੁਲਿਸ ਵਾਲੇ ਜਿਹੜੇ ਉਹਨਾਂ ਦੀ ਮੌਤ ਹੋ ਚੁੱਕੀ ਸੀ ਇਸ ਟਰਾਇਲ ਦੇ, ਔਰ ਇੱਕ DSP ਗੁਰਜੀਤ ਸਿੰਘ ਇਸ ਮੁਕੱਦਮੇ ਦੇ ਵਿੱਚ ਜੋ ਦੋਸ਼ੀ ਸੀ, ਉਹ ਪੈਰੋਲ ਦੇ ਉੱਤੇ ਰਿਹਾ ਸੀ, ਪਰ ਉਹ ਭੱਜ ਗਿਆ ਔਰ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਸੋ 2 ਦੀ ਮੌਤ ਹੋ ਗਈ, 1 ਭਗੌੜਾ ਹੋ ਗਿਆ, ਬਾਕੀ 11 ਜਿਹੜੇ ਰਹਿ ਗਏ ਉਹਨਾਂ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਐਡੀਸ਼ਨਲ ਸੈਸ਼ਨ ਜੱਜ MPS ਪਾਵਾ ਦੀ ਅਦਾਲਤ ਨੇ ਸੁਣਾਈ ਹੈ, ਔਰ ਨਾਲ ਹੀ ਉਹਨਾਂ ਨੂੰ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਅਦਾ ਕਰਨ ਲਈ ਕਿਹਾ ਗਿਆ ਹੈ। ਇਹਨਾਂ ਦੇ ਵਿੱਚ ਜਿਹੜੇ ਦੋਸ਼ੀ ਸਨ ਉਹਨਾਂ 'ਚ ਇੰਸਪੈਕਟਰ ਬਲਜਿੰਦਰ ਕੁਮਾਰ, ASI ਗੁਰਬਚਨ ਸਿੰਘ, ਹੈੱਡ ਕਾਂਸਟੇਬਲ ਮੱਲ ਸਿੰਘ, ਰਿਟਾਇਰਡ ਹਰਿੰਦਰ ਸਿੰਘ ਔਰ ਕਮਲਜੀਤ ਸਿੰਘ, ਕਾਂਸਟੇਬਲ ਤਰਲੋਕ ਸਿੰਘ ਸੀ, ਹੋਮਗਾਰਡ ਦੇ ਜਵਾਨ ਜਗਸ਼ੀਰ ਸਿੰਘ ਐਂਡ ਜਰਨੈਲ ਸਿੰਘ, ਇਹ ਸਾਰੇ ਸ਼ਾਮਲ ਸਨ। ਸੋ ਬਲਜਿੰਦਰ ਸਿੰਘ ਨੂੰ ਵੀ ਇੱਕ ਹੋਰ ਮੁਕੱਦਮੇ ਦੇ ਵਿੱਚ 7 ਸਾਲ ਦੀ ਹੋਰ ਕੈਦ ਹੋਈ ਹੈ। ASI ਲਖਵੀਰ ਸਿੰਘ ਅਤੇ ਕਾਂਸਟੇਬਲ ਪਾਲ ਸਿੰਘ, ਇਹਨਾਂ ਦੋਹਾਂ ਦੀ ਮੌਤ ਮੁਕੱਦਮੇ ਦੇ ਦੌਰਾਨ ਹੋ ਚੁੱਕੀ ਸੀ, ਇਸ ਕਰਕੇ 11 ਨੂੰ ਸਜ਼ਾ ਸੁਣਾਈ ਗਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਮੁਕੱਦਮੇ ਦਾ ਅਸਰ ਜ਼ਰੂਰ ਪਏਗਾ, ਔਰ ਇਤਨੇ ਸਾਲਾਂ ਬਾਅਦ ਇਨਸਾਫ ਦੀ ਕਾਨੂੰਨ ਦੀ ਰਫ਼ਤਾਰ ਕਿਤਨੀ ਸੁਸਤ ਹੈ ਕਿ 1992 ਦਾ ਮੁਕੱਦਮਾ ਹੁਣ ਜਾ ਕੇ ਉਹ ਤੈਅ ਹੋਇਆ ਹੈ। ਸੋ ਕਿਤਨਾ ਦੇਰੀ ਔਰ ਕਿਤਨਾ ਤਕਲੀਫ ਦੇ ਇਨਸਾਫ ਦਾ ਕਾਨੂੰਨ ਦਾ ਸਿਸਟਮ ਜੋ ਹਿੰਦੁਸਤਾਨ ਦੇ ਵਿੱਚ ਹੈ ਉਹ ਸਾਹਮਣੇ ਹੈ। ਸੋ ਪਹਿਲੀ ਸੁਰਖੀ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਸੀ। ਦੂਸਰੀ ਖਬਰ ਜਿਹੜੀ ਕਿ ਬਹੁਤ ਹੀ ਮੰਦਭਾਗੀ ਗੱਲ ਸੀ, ਪਟਨਾ ਸਾਹਿਬ ਦੇ ਵਿੱਚ ਜੋ ਕੁਝ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਦਿਵਸ ਦੇ ਉੱਤੇ ਘਟਨਾ ਵਾਪਰੀ, ਉਹਦੇ ਵਿੱਚ ਤਲਵਾਰਾਂ ਚੱਲੀਆਂ, ਸਿੰਘ ਸਾਹਿਬਾਨ ਦੀ ਦਸਤਾਰ ਉਤਰੀ, ਔਰ ਸਾਰਾ ਕੁਝ ਉੱਥੇ ਹੋਇਆ ਜੋ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ ਔਰ ਬਹੁਤ ਹੀ ਸ਼ਰਮਨਾਕ ਸੀ। ਕੁਦਰਤੀ ਤੌਰ ਦੇ ਉੱਤੇ ਇਹ ਲੜਾਈ ਸਿਰਫ ਪਾਵਰ ਪੋਲਿਟਿਕਸ ਦੀ ਹੈ, ਔਰ ਜਿਸ ਦਾ ਖਮਿਆਜ਼ਾ ਪੂਰੀ ਕੌਮ ਨੂੰ ਔਰ ਪੂਰੀ ਕੌਮ ਨੂੰ ਨਮੋਸ਼ੀ ਝੇਲਣੀ ਪੈਂਦੀ ਹੈ। ਕੁਦਰਤੀ ਤੌਰ ਦੇ ਉੱਤੇ ਸਮਝਿਆ ਜਾ ਸਕਦਾ ਹੈ ਕਿ ਲੱਖਾਂ ਦੀ ਤਾਦਾਦ ਵਿੱਚ ਜਿਹੜੇ ਸ਼ਰਧਾਲੂ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਮਨਾਉਣ ਲਈ ਪਟਨਾ ਸਾਹਿਬ ਦੀ ਉਸ ਪਾਵਨ ਧਰਤੀ ਦੇ ਉੱਤੇ ਪਹੁੰਚੇ ਹਨ, ਉੱਥੇ ਇਸ ਤਰ੍ਹਾਂ ਦੀ ਘਟਨਾ ਵਾਪਰਨੀ ਔਰ ਸ਼ਰੇਆਮ ਵਾਪਰਨੀ ਕਿਤਨੀ ਮੰਦਭਾਗੀ ਹੈ। ਪਰ ਉਸ ਦੇ ਵਿੱਚ ਉਸ ਤੋਂ ਬਾਅਦ ਜੋ ਹੁਣ ਘਟਨਾਵਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ, ਆਉਣ ਵਾਲੇ ਸਮੇਂ ਲਈ ਉਹ ਵੀ ਗੁਰਦੁਆਰਾ ਪ੍ਰਬੰਧ ਦੇ ਲਈ ਕੋਈ ਚੰਗਾ ਪੈਤਰਾ ਨਹੀਂ, ਚੰਗੇ ਅਸੂਲ ਨਹੀਂ ਰੱਖ ਸਕਣਗੀਆਂ। ਸਰਦਾਰ ਪਰਮਜੀਤ ਸਿੰਘ ਸਰਨਾ, ਉਹਨਾਂ ਨੇ ਉੱਥੇ ਦੀ ਕਮੇਟੀ ਨੂੰ ਨਾਲ ਲੈ ਕੇ ਉਹਨਾਂ ਨੇ ਡਿਸਟ੍ਰਿਕਟ ਜੱਜ ਪਟਨਾ ਅਤੇ ਬਿਹਾਰ ਦੇ ਮੁੱਖ ਮੰਤਰੀ ਨੂੰ ਮਿਲ ਕੇ ਇੱਕ ਗੱਲ ਕਹੀ ਹੈ ਜਿਹੜੀ ਕਿ ਬਹੁਤ ਹੀ ਗੰਭੀਰ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਤਖਤ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਸਰਕਾਰ ਦੁਆਰਾ ਚੁਣੀ ਹੋਈ ਕਮੇਟੀ ਹੈ। ਦਰਅਸਲ ਇਹ ਬਹੁਤ ਹੀ ਗੰਭੀਰ ਟਿੱਪਣੀ ਹੈ ਕਿ ਪਟਨਾ ਸਾਹਿਬ ਦੀ ਕਮੇਟੀ ਸਰਕਾਰ ਦੁਆਰਾ ਚੁਣੀ ਹੋਈ ਕਮੇਟੀ ਹੈ, ਇਸ ਕਰਕੇ ਸਰਕਾਰ ਇਸ ਦੇ ਵਿੱਚ ਦਖਲ ਦੇਵੇ। ਇਸ ਤੋਂ ਪਹਿਲੇ ਵੀ ਕਾਫੀ ਸਾਲ ਪਹਿਲੇ, ਦਰਅਸਲ ਜਦੋਂ ਰਾਜਨੀਤੀ ਵਿੱਚ ਆ ਜਾਏ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਦਾ ਸਾਹਮਣੇ ਆਉਣਾ ਬੜਾ ਕੁਦਰਤੀ ਹੈ। ਇਸ ਤੋਂ ਬਹੁਤ ਸਾਲ ਪਹਿਲੇ ਵੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਲਿਖ ਕੇ ਦਿੱਤਾ ਸੀ ਹਾਈ ਕੋਰਟ ਦੇ ਵਿੱਚ, ਕਿਉਂਕਿ ਡਿਸਟ੍ਰਿਕਟ ਜੱਜ ਇਸ ਦਾ ਹੈੱਡ ਹੈ, ਇਸ ਕਰਕੇ ਸਿੱਖਾਂ ਦਾ ਤਖਤ ਸਾਹਿਬ ਨੂੰ ਮੈਨੇਜ ਕਰਨ ਦਾ ਹੱਕ ਹੀ ਖਤਮ ਹੋ ਚੁੱਕਾ ਹੈ।
ਅਸਲੀਅਤ ਇਹ ਹੈ ਕਿ 11 ਮੈਂਬਰ ਵੱਖ-ਵੱਖ ਸੰਸਥਾਵਾਂ ਵੱਲੋਂ ਚੁਣੇ ਜਾਂਦੇ ਹਨ, ਨਾਮਜ਼ਦ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਚੀਫ ਖਾਲਸਾ ਦੀਵਾਨ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, यूपी सिख प्रतिनिधि बोर्ड है, बंगाल दे सिख हैं, सिंह सभा बंगाल है, और इस तरह दियाँ सारियां संस्थावां और कुछ मैंबर जिन्हां दी चोण हुंदी है, और ये सारे मिला के डिस्ट्रिक्ट जज इहदे विच 3 मैंबर नामजद करता है। पटना दा डिस्ट्रिक्ट जज 3 मैंबर नामजद करता है। ये जदों 14 हो जाते हैं, वो 1 मैंबर कोआप्ट करते हैं। इस तरीके नाल 15 ਦਾ ਹਾਊਸ ਹੈ। ਇਸ ਤੋਂ ਪਹਿਲਾਂ ਵੀ ਤਖਤ ਸਾਹਿਬ ਦੇ ਉੱਤੇ ਪੰਥਕ ਕਨਵੈਨਸ਼ਨ ਦੇ ਵਿੱਚ ਪਾਸ ਕੀਤਾ ਗਿਆ ਸੀ ਕਿ ਡਿਸਟ੍ਰਿਕਟ ਜੱਜ ਵੱਲੋਂ ਨਾਮਜ਼ਦ ਕਰਨ ਦੀ ਮੱਦ ਖਤਮ ਕੀਤੀ ਜਾਏ। ਇਹ ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ ਸਿੱਧਾ ਸਰਕਾਰੀ ਦਖਲ ਹੈ, ਪਰ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਔਰ ਹੁਣ ਸਰਦਾਰ ਪਰਮਜੀਤ ਸਿੰਘ ਸਰਨਾ ਵੱਲੋਂ ਕਮੇਟੀ ਦੇ ਨਾਲ ਮਿਲ ਕੇ ਇਹ ਬਿਆਨ ਦੇਣਾ, ਸਰਕਾਰ ਨੂੰ ਕਹਿਣਾ ਕਿ ਤਖਤ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਸਰਕਾਰ ਦੁਆਰਾ ਚੁਣੀ ਹੋਈ ਕਮੇਟੀ ਹੈ ਔਰ ਉਹਨਾਂ ਨੂੰ ਨਵੇਂ ਮੁਲਾਜ਼ਮ ਭਰਤੀ ਕਰਨ ਦਾ ਪੂਰਾ ਅਖਤਿਆਰ ਹੈ, ਔਰ ਉਹਨਾਂ ਨੇ ਉਸ ਦੇ ਵਿੱਚ ਦਖਲ ਦੇ ਕੇ ਉਹ ਜਿਹੜੇ ਮੁਕੱਦਮੇ ਹਨ ਉਹਨਾਂ ਨੂੰ ਸਹੀ ਕਰਨ ਦੀ ਗੱਲ ਕਹੀ ਹੈ। ਸੋ ਇਹ ਇੱਕ ਬਹੁਤ ਹੀ ਸਿੱਧੀ ਆਪਣੀ ਤਰਫੋਂ ਸਰਕਾਰੀ ਮੁਦਾਖਲਤ ਦੀ ਮੰਗ ਕਰਨੀ, ਔਰ ਕੀ ਡਿਸਟ੍ਰਿਕਟ ਜੱਜ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਹੈ। ਸੋ ਜਿਹੜਾ ਬਾਕੀ ਆਪਸੀ ਜਿਹੜਾ ਝਗੜਾ ਹੈ ਜਾਂ ਪ੍ਰਬੰਧਕ ਕਮੇਟੀ ਦਾ, ਉਹ ਤਾਂ ਵੱਖਰਾ ਹੈ, ਪਰ ਇਹ ਇੱਕ ਤੀਸਰਾ ਐਂਗਲ ਵਿੱਚ ਨਵਾਂ ਜੁੜਿਆ ਹੈ, ਜਿਸ ਦਾ ਅਸਰ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਪਏਗਾ। ਸੋ ਇਹ ਅੱਜ ਦੀਆਂ ਕੁਝ ਸੁਰਖੀਆਂ ਹਨ। ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ। ਸਾਡੀ ਕੋਸ਼ਿਸ਼ ਹੋਏਗੀ ਕਿ ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਉਸ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰੀਏ। ਜਿਹੜਾ ਮੋਹਨ ਭਾਗਵਤ ਮੁਖੀ ਰਾਸ਼ਟਰੀ ਸਵੈਮ ਸੇਵਕ ਸੰਘ RSS ਮੁਖੀ ਨੇ ਜਿਹੜਾ ਬਿਆਨ ਦਿੱਤਾ ਹੈ, ਉਸ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰੀਏ ਔਰ ਤੁਹਾਡੇ ਵਿਚਾਰ ਲਈਏ ਇੱਕ ਵਕਫੇ ਦੇ ਬਾਅਦ। Preet Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Preet Furniture can do it all. ਤੇ ਆਪਣੀ ਪਸੰਦ ਦਾ ਫਰਨੀਚਰ ਖਰੀਦੋ। ਬਲਵਿੰਦਰ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 7188494530 or 9177748566. Preet Furniture. Tax Raja. We are tax planners, not just tax preparers. Tax Raja ਕੋਲ ਤਜਰਬੇਕਾਰ CPAs, tax planners ਅਤੇ tax preparers ਹਨ। ਅਸੀਂ individual ਤੇ business tax returns, income tax filing, bookkeeping, payroll, financial statement, free e-file, free tax advice, free review ਤੇ IRS representation ਕਰਦੇ ਹਾਂ। ਜਲਦੀ tax file ਕਰੋ ਅਤੇ ਜਲਦੀ ਹੀ ਫੰਡ ਪਾਓ। Taxi, limousine, construction ਵੀਰਾਂ ਲਈ ਅਤੇ ਨਾਲ ਹੀ ਨਾਲ self employed ਲਈ special price. We have multiple locations. ਅੱਜ ਹੀ ਕਾਲ ਕਰੋ 7188801992. ਮਿਸਟਿਕ ਬ੍ਰੋਕਰੇਜ ਤੁਹਾਡੀਆਂ ਕਾਰ ਇੰਸ਼ੋਰੈਂਸ ਸੰਬੰਧੀ ਜ਼ਰੂਰਤਾਂ ਦਾ ਇੱਕੋ ਇੱਕ ਸੋਲੂਸ਼ਨ ਜੋ ਕਰਦਾ ਹੈ ਤੁਹਾਡੀ ਬਚਤ ਬਲੈਕ ਕਾਰਡਸ, ਗ੍ਰੀਨ ਕਾਰਡਸ ਤੇ ਲਾਇਬ੍ਰੇਰੀ ਵਿੱਚ। ਆਪਣੀ ਇੰਸ਼ੋਰੈਂਸ ਨੂੰ ਰੀਨਿਊ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਮਿਲੋ ਟੈਕਸੀ ਤੇ ਲੀਮੋਜ਼ੀਨ ਦੇ ਸਪੈਸ਼ਲਿਸਟ। ਮੈਡੀਲਿਅਨਸ ਲਈ ਫਾਈਨੈਂਸ ਫੈਸਿਲਿਟੀ ਵੀ ਅਵੇਲੇਬਲ ਹੈ। ਅਸੀਂ ਕਰਾਂਗੇ ਸੇਵ ਤੁਹਾਡੀ ਮਨੀ। ਕਿਸੇ ਵੀ ਜਾਣਕਾਰੀ ਲਈ ਕਾਲ ਕਰੋ 7183497610 ਤੇ। ਕੰਟੈਕਟ ਕਰੋ ਫਰਵਰੀ 2014 ਦੀ ਇੰਡੀਵਿਜੂਅਲ ਮੈਡੇਲੀਅਨ ਆਕਸ਼ਨ ਲਈ। अरे हुजूर, सुबह सुबह इतना खूबसूरत तोहफा खास है। रसमलाई, वाह! देसी काजू के दानों से बनी दूध मलाई और मिठास हल्की सी। काजू कतली, बम्बई से लाई? नहीं अंकल जी, शामियाना मिठाई मेड इन अमेरिका। शामियाना मिठाई Made pure, made fresh,
Made here. जो भी पके ऐसा पके जहाँ भी जो हो खींचा चला आए MBH मसाले किचन किंग हो या गरम मसाला पाव भाजी या चंकी चाट मसाला असली मसाले सच सच MBH शुक्र है लक्ष्मी लोअर जीआई वैल्यू बासमती राइस फॉर पीपल विद डायबिटीज आया है। अब दादाजी को थोड़ी तो वैरायटी मिलनी चाहिए ना खाने में। दादाजी दाल चावल जैसी तो दुनिया में कोई चीज ही नहीं, पर थोड़ी खीर भी मिल जाती तो। लक्ष्मी लोअर जीआई वैल्यू बासमती राइस है खास डायबिटिक्स के लिए। अब कम से कम लाइफ में खाने की खुशी मिलनी ही चाहिए ना। लक्ष्मी लोअर जीआई वैल्यू बासमती राइस खास तौर पर डायबिटिक्स के लिए। अरे तुमने मेरे हाथ के पकौड़े नहीं खाए। तुम अपने आशिकों को छोड़ हमें मौका दोगी तब ना। लक्ष्मी खांडवी तो मैं बनाती थी, स्पेशली गांव से देसी बेसन मंगवा कर। क्यों यहाँ का बेसन नहीं चलता? यहाँ के बेसन में वो बात कहाँ? पर ये तो लक्ष्मी है। इनको लक्ष्मी के बारे में बताने की जरूरत नहीं। लक्ष्मी बेसन कहाँ मिलता है? आंटी जी किसी भी इंडियन स्टोर में। लक्ष्मी बेसन Made pure, made fresh, made here. Nakshatra. Only at Raj Jewels, Bansal Group. मिराज बैंकेट हॉल एंड रेस्टोरेंट। वेडिंग होवे या बर्थडे पार्टी, मिराज है परफेक्ट हर सेलिब्रेशन ਲਈ। मिराज इंडियन क्यूजिन विद प्रॉपर सिटिंग फैसिलिटी। विजिटर्स ਲਈ प्राइवेट पार्किंग फैसिलिटी भी अवेलेबल है। Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey and Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey and Associates now. ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇੰਕਲੂਡਿੰਗ ਅਸਾਈਲਮ, ਡਿਪੋਰਟੇਸ਼ਨ, ਡਿਫੈਂਸ, ਫੈਮਿਲੀ, ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਓਲੇਸ਼ਨ, ਟੈਕਸੀ ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਈਵੋਰਸ ਕੇਸਿਸ, ਵਿਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 888824 7227 ਅਤੇ 917 728 0049। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਜਿਸ ਪ੍ਰੋਗਰਾਮ ਨੂੰ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ, ਦਰਅਸਲ ਇਹ ਸਾਡੀ ਬੁਨਿਆਦ ਦੇ ਨਾਲ ਇਸ ਦਾ ਤਲਕ ਹੈ। ਸਿੱਖ ਪੰਥ, ਖਾਲਸਾ ਪੰਥ, ਸਿੱਖ ਪੰਥ ਜਿਸ ਦੀ ਨੀਂਹ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਦੀ ਨੀਂਹ ਰੱਖੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਔਰ ਉਸ ਪੰਥ ਨੂੰ ਪਰਚੁਰ ਕਰਨ ਲਈ
आज्ञा भई अकाल की तबे चलायो पंथ, सब सिखन को हुक्म है गुरु मान्यो ग्रंथ। उसनू संपूर्णता बख्श के गुरता बख्शिश कीती, गुरु दी पदवी उस गुरु पंथ नू दित्ती। एक सफ़र सी जिहड़ा गुरु नानक साहब तो गुरु गोबिंद सिंह साहब तक होया। पर इस सफ़र दे विच जिहड़ी सब तो वड्डी गल है वो ये है कि इस सारे सफ़र दे दौरान, गुरु साहब दे इस सफ़र दे दौरान, हालां इस धरती दे उत्ते खै मरदे बामण मौलाने वाली गल सी। भाई गुरदास जी ने लिखिया कि वख-वख फिरके वस तां रहे सी, पर आपस दे विच उन्हां दा कोई तालमेल नहीं सी। कोई अपने आप नूं उन्हां ने इन्नियां हद बंदियां दे विच वंड लिया कि एक देव भूमि हो गई, मलेच्छ भूमि हो गई, देव भाषा हो गई, मलेच्छ भाषा हो गई। और इस देश तो परे कोई दूसरा देश वो मलेच्छ देश हो गया। गुरु साहब ने इन्हां सारियां वलंगणां नूं दूर कीता और बिसर गई सब तात भराई। इत्थे तक उपदेश दिंदियां होयां मानस की जात सब है एक के पहचानबो, सारियां दे विच एक सारता दा, ਵੱਖ-ਵੱਖ ਧਰਮਾਂ ਨੂੰ, ਜਿਹੜੇ ਵੀ ਧਰਮ ਨੂੰ ਮੰਨਣ ਵਾਲੇ ਹਨ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਧਰਮ ਦੇ ਉਹਨਾਂ ਅਸੂਲਾਂ ਨੂੰ ਸਮਝੋ। ਜੇਕਰ ਜਨੇਊ ਹੈ ਤਾਂ ਉਸ ਦੇ ਲਈ ਦਇਆ ਕਪਾ ਸੰਤੋਖ ਸੂਤ ਵਾਲੀ ਗੱਲ ਕਰੋ। ਜੇ ਮੁਸਲਮਾਨ ਹੋ ਤਾਂ ਮੁਸਲਮਾਨ ਕਹਾਵਣ ਮੁਸਕਲ, ਮੁਸਲਮਾਨ ਮੋਮਦਿਲ ਹੋਵੇ। ਇਹਨਾਂ ਦਾ ਆਪਸ ਦੇ ਵਿੱਚ ਇਹ ਜਿਹੜਾ ਇਕਸਾਰਤਾ ਪੈਦਾ ਕੀਤੀ, ਤਾਂ ਹੀ ਕਰਕੇ ਕਿਹਾ ਗਿਆ ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ ਬਾਬਾ ਨਾਨਕ ਸ਼ਾਹ ਫਕੀਰ। ਸਾਰਿਆਂ ਨੂੰ ਦਵੈਤ ਨੂੰ ਮਿਟਾ ਕੇ ਤਾਂ ਹੀ ਕਰਕੇ ਕਲਗੀਧਰ ਪਿਤਾ ਨੇ ਕਿਹਾ ਜਾਂ ਤੇ ਛੂਟ ਗਿਓ ਭ੍ਰਮ ਉਰਕਾ, ਤਿਸ ਆਗੇ ਹਿੰਦੂ ਕਿਆ ਤੁਰਕਾ। ਪਰ ਇਸ ਅਸੂਲ ਦੀ ਇੰਤਹਾ ਉਸ ਵੇਲੇ ਹੋਈ ਜਿਸ ਦੀ ਇੰਤਹਾ ਹੋਈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਦੂਸਰੇ ਦੇ ਅਕੀਦੇ ਦੀ ਖਾਤਰ, ਦੂਸਰੇ ਦੇ ਵਿਸ਼ਵਾਸ ਦੀ ਖਾਤਰ ਆਪਣੇ ਸਰੀਰ ਦਾ ਠੀਕਰਾ ਦਲੀਸ ਦੇ ਸਿਰ ਦੇ ਉੱਤੇ ਭੰਨ ਦਿੱਤਾ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਬਿਆਨ। ਇਸ ਤਰ੍ਹਾਂ ਦਾ ਕਦੀ ਕੋਈ ਦੁਨੀਆ ਭਰ ਦੇ ਵਿੱਚ ਕੋਈ ਐਸਾ ਮੁਕਾਮ ਨਹੀਂ ਮਿਲਦਾ, ਕਿਸੇ ਕਿਸਮ ਦਾ ਕੋਈ ਐਸਾ ਹਵਾਲਾ ਨਹੀਂ ਮਿਲਦਾ। ਪਰ ਇਸ ਨੂੰ ਤਾਂ ਕਰ ਸਕੇਗਾ ਜੇ ਗੁਰੂ ਸਾਹਿਬ ਦੇ ਉਹਨਾਂ ਅਸੂਲਾਂ ਦੇ ਉੱਤੇ ਉਸ ਨੂੰ ਮੰਨਦਾ ਹੋਏ। ਗੁਰੂ ਸਾਹਿਬ ਨੇ ਸਾਰਿਆਂ ਨੂੰ ਨਾਲ ਲੈ ਕੇ ਤੁਰੇ, ਪਰ ਇਹ ਤਾਂ ਹੋ ਸਕੇਗਾ ਜੇ ਗੁਰੂ ਦੇ ਉਸ ਮਿਸ਼ਨ ਦੀ, ਗੁਰੂ ਦੀ ਉਸ ਉਮਤ ਦੀ ਆਪਣੀ ਹੋਂਦ ਸੁਰੱਖਿਅਤ ਹੋਏ, ਤਾਂ ਉਹ ਦੂਜਿਆਂ ਦੀ ਹੋਂਦ ਦੀ ਸੁਰੱਖਿਆ ਦੀ ਗਰੰਟੀ ਲੈ ਸਕੇਗਾ, ਜਾਮਨ ਹੋ ਸਕੇਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਸ ਨਿਆਰੇ ਖਾਲਸੇ ਦੇ ਲਈ, ਇਸ ਨਿਆਰੀ ਉਮਤ ਦੇ ਲਈ ਕਿਤਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਗੱਲ ਕੀਤੀ। ਵਰਤ ਨਾ ਰਹੋ ਨਾ ਮਹਿਰਮਦਾਨਾ, ਤਿਸ ਸੇਵੀ ਜੋ ਰਖੇ ਨਿਦਾਨਾ, ਏਕ ਗੁਸਾਈ ਅਲੋ ਮੇਰਾ, ਹਿੰਦੂ ਤੁਰਕ ਦੋਹਾਂ ਨੇ ਬੇਰਾ, ਹਜ ਕਾਬੇ ਜਾਓ ਨਾ ਤੀਰਥ ਪੂਜਾ, ਏਕੋ ਸੇਵੀ ਅਵਰ ਨਾ ਦੂਜਾ, पूजा करो ना निवाज गुजारो, एक निरंकार ले हृदय नमस्कारो, ना हम हिंदू ना मुसलमान, अलो राम के पिंड परान। ये जड़ा असूल गुरु साहब ने बहुत ही स्पष्ट लफ्ज़ां दे विच दिता। पर बाद विच मुगलों के काल के दौरान उन्होंने ये ऐलानिया तौर के उत्ते कह दिता कि सिख खत्म कर देने हैं। नानक परस्तारा हर को जाके बेआबंद ब कतल रसानंद, जिथे नानक परस्त नज़र आ जाए उसनों कतल कर दिता जाए। ना केवल इत्थे तक बल्कि गुड़ नूं गुड़ कहण दी मनाही कर दिती गई कि इस दे विच्चों भी गुरु शब्द दी झलक पैंदी है। गुरु ग्रंथ साहिब दे सरूप खूहां दे विच सुट दिते गए, साड़ दिते गए। पर वो एक गल तां है, तस्लीम करते सन, ਮੰਨਦੇ ਸਨ ਕਿ ਇਹ ਇੱਕ ਪੰਥ ਹੈ, ਇੱਕ ਧਰਮ ਹੈ, ਇਸ ਨੂੰ ਖਤਮ ਕਰਨਾ ਹੈ। ਪਰ ਹਾਲਾਤ ਬਦਲੇ ਔਰ ਖਾਸ ਕਰਕੇ 1947 ਤੋਂ ਬਾਅਦ ਇੱਕ ਨਵੇਂ ਕਿਸਮ ਦੀ ਪਿਰਤ ਉੱਠੀ ਕਿ ਸਿੱਖ ਤਾਂ ਹੈ ਹੀ ਨਹੀਂ, ਇਹ ਤਾਂ ਇੱਕ ਵਟ ਵਰਿਕਸ਼ ਹਿੰਦੂਆਂ ਦਾ ਇੱਕ ਅੰਗ ਹੈ।
ਦੂਸਰੇ ਦੇ ਧਰਮ ਦੀ ਖਾਤਰ ਰਾਖੀ ਕਰਨੀ, ਜਾਨ ਦੇ ਦੇਣੀ, ਇਹ ਸਿੱਖ ਦਾ ਫਰਜ਼ ਹੈ। ਪਰ ਗੁਰੂ ਸਾਹਿਬ ਨੇ ਇਸ ਗੱਲ ਦੇ ਉੱਤੇ ਅਮਲੀ ਤੌਰ ਦੇ ਉੱਤੇ ਵੀ ਪੈਗਾਮ ਦਿੱਤਾ, ਪਰ ਨਾਲ ਹੀ ਆਪਣੀ ਹੋਂਦ ਦੇ ਉੱਤੇ ਕਾਇਮ ਰਹਿਣਾ, ਆਪਣੀ ਹੋਂਦ ਨੂੰ ਬਰਕਰਾਰ ਰੱਖਣਾ, ਇਹ ਵੀ ਅਵਲੀਨ ਫਰਜ਼ ਹੈ। ਪਰ ਕਾਨੂੰਨ ਔਰ ਦੂਸਰੀਆਂ ਅੜਚਣਾਂ ਦੇ ਬਾਵਜੂਦ ਇਸ ਤਰ੍ਹਾਂ ਦੇ ਕਈ ਉਪਰਾਲੇ ਕੀਤੇ ਗਏ। ਉਸ ਦੇ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਕਿਸ ਤਰੀਕੇ ਦੇ ਨਾਲ ਵੱਖ-ਵੱਖ ਕਾਨੂੰਨਾਂ ਦੇ ਵਿੱਚ ਸੋਧ ਹੋਈ, ਕਿਵੇਂ ਉਸ ਚੀਜ਼ ਨੂੰ ਪਰਪੱਕ ਕੀਤਾ ਗਿਆ, ਔਰ 1947 ਤੋਂ ਇਹ ਲੜਾਈ ਲਗਾਤਾਰ ਜਾਰੀ ਹੈ। ਪਰ ਭਾਰਤ ਦੀ ਇੱਕ ਬਹੁਤ ਹੀ ਪਾਵਰਫੁਲ ਕਹਿ ਲਿਆ ਜਾਏ, ਕਾਫੀ ਸક્ષਮ ਇੱਕ ਆਈਡੀਓਲੋਜੀਕਲ ਗਰੁੱਪ RSS ਵੱਲੋਂ, ਉਹਨਾਂ ਦੇ ਮੁਖੀ ਮੋਹਨ ਭਾਗਵਤ ਨੇ ਪਿਛਲੇ ਸਾਲ ਵੀ ਇੱਕ ਬਿਆਨ ਦਿੱਤਾ ਸੀ ਕਿ ਸਿੱਖ ਹਿੰਦੂ ਹੈ। ਇਹ ਇੱਕ ਵਿਸ਼ਾਲ ਵਟ ਵਰਿਕਸ਼ ਦੀਆਂ ਸ਼ਾਖਾ ਹੈ, ਹਿੰਦੂਇਜ਼ਮ ਦੀਆਂ ਸ਼ਾਖਾ ਹਨ। ਔਰ ਉਸ ਵੇਲੇ ਕਾਫੀ ਰੌਲਾ ਪਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵੱਖ-ਵੱਖ ਸੰਸਥਾਵਾਂ ਨੇ ਇਸ ਦੇ ਉੱਤੇ ਕਾਫੀ ਇਤਰਾਜ਼ ਕੀਤੇ ਔਰ ਉਹਨਾਂ ਨੇ ਆਪਣੇ ਇਸ ਬਿਆਨ ਨੂੰ ਵਾਪਸ ਲਿਆ। ਇਸ ਤੋਂ ਪਹਿਲਾਂ ਜਦੋਂ ਇਹਨਾਂ ਨੇ ਇੱਕ ਵਾਰ ਫਿਰ ਇਸ ਤਰ੍ਹਾਂ ਦਾ ਬਿਆਨ ਦਿੱਤਾ, ਮੁੜ ਕੇ ਉਸੇ ਗੱਲ ਨੂੰ ਬਾਰ-ਬਾਰ ਦੁਹਰਾਇਆ ਜਾਂਦਾ ਹੈ। ਫਿਰ ਉਸ ਵੇਲੇ ਮਿਨੋਰਿਟੀਜ਼ ਕਮਿਸ਼ਨ ਦੇ ਚੇਅਰਮੈਨ ਸਨ ਸਰਦਾਰ ਤਰਲੋਚਨ ਸਿੰਘ, ਉਹਨਾਂ ਨੇ ਇਹਨਾਂ ਦੇ ਨਾਲ ਮੀਟਿੰਗ ਕਰਕੇ ਲਿਖਤੀ ਤੌਰ ਦੇ ਉੱਤੇ ਉਹਨਾਂ ਨੇ ਦਿੱਤਾ ਕਿ ਸਿੱਖ ਪੰਥ ਇੱਕ ਨਿਆਰਾ ਪੰਥ ਹੈ, ਇੱਕ ਵੱਖਰਾ ਪੰਥ ਹੈ। ਸ਼੍ਰੋਮਣੀ ਕਮੇਟੀ ਦੇ ਪੰਥਕ ਮਤੇ ਕਈ ਦਫਾ ਇਸ ਗੱਲ ਨੂੰ ਦੁਹਰਾ ਚੁੱਕੇ ਹਨ, ਪਰ ਪਿਛਲੇ ਸਾਲ ਜੁਲਾਈ ਦੇ ਵਿੱਚ ਫਿਰ ਇੱਕ ਵਾਰ ਭਾਗਵਤ ਜੀ ਨੇ ਇਹੀ ਬਿਆਨ ਦੁਬਾਰਾ ਦੇ ਦਿੱਤਾ। ਉਸ ਤੋਂ ਬਾਅਦ ਹੁਣ ਦੁਬਾਰਾ ਫਿਰ ਇੱਕ ਵਾਰ ਸ਼ਾਇਦ ਰਹਿ ਕੇ ਇਹ ਕਿੱਥੋਂ ਖਾਬ ਵਿੱਚ ਇਹ ਗੱਲ ਉੱਠਦੀ ਹੈ, ਜਾਂ ਉਹ ਕੀ ਸੁਨੇਹਾ ਦੇਣਾ ਚਾਹੁੰਦੇ ਹਨ, ਕਿਹੜੀ ਗੱਲ ਉਹ ਕਹਿ ਕੇ ਅੱਗੇ ਤੋਰਨਾ ਚਾਹੁੰਦੇ ਹਨ। ਉਹਨਾਂ ਨੇ ਫਿਰ ਬਿਆਨ ਦਿੱਤਾ ਹੈ ਕਿ ਹਿੰਦੁਸਤਾਨ ਵਿੱਚ ਰਹਿਣ ਵਾਲੇ ਸਾਰੇ ਹੀ ਹਿੰਦੂ ਹਨ, ਜਿਹੜੇ ਈਸਾਈ ਹਨ ਉਹ ਈਸਾਈ ਹਿੰਦੂ ਹਨ, ਜਿਹੜੇ ਮੁਸਲਮਾਨ ਹਨ ਉਹ ਮੁਸਲਮਾਨ ਹਿੰਦੂ ਹਨ, ਤਾਂ ਸਿੱਖ ਤਾਂ ਹੈ ਹੀ ਹਿੰਦੂ ਹਨ। ਇਹ ਸਿੱਧਾ ਹੀ ਸਿੱਖ ਪੰਥ ਦੇ ਵਿੱਚ ਦਖਲਅੰਦਾਜ਼ੀ ਹੈ। ਜਿਹੜੀ ਗੱਲ ਕਹੀ ਗਈ ਸੀ, ਜਿਹੜੀ ਗੱਲ ਦੁਹਰਾਈ ਗਈ ਸੀ, ਸਿੱਖ ਪੰਥ ਦੀ ਹੋਂਦ ਦੇ ਬਾਰੇ ਕਿਹਾ ਗਿਆ ਸੀ ਕਿ ਛਾਏ ਜਾਤੀ ਏਕਤਾ अनेकता बिलाए जाती होवती कुचीलता कतेबन कुरान की पाप ही प्रपक जाते धर्म तसक जाते वर्ण गरक जाते सहत विधान की देवी देव देहोरे संतोख सिंगा दूर होते रीत मिट जाती कथा सब वेदन पुराण की श्री गुरु गोबिंद सिंह पावन परमसूर मूरत ना होती जो पै करुणा निधान की। पर इन्हां वल्लों दोबारा फिर इस किस्म का ये बयान आ जाना ਸਿੱਧਾ ਹੀ ਦਖਲ ਹੈ ਸਿੱਖ ਪੰਥ ਦੇ ਅਸੂਲਾਂ ਦੇ ਵਿੱਚ, ਇਸ ਦੀ ਹੋਂਦ ਦੇ ਵਿੱਚ। ਇਸ ਦੇ ਉੱਤੇ ਕਾਨੂੰਨੀ ਅਤੇ ਹੋਰ ਜਿਹੜੇ ਕੁਝ ਨੁਕਤੇ ਹਨ ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ, ਪਰ ਤੁਸੀਂ ਸਾਨੂੰ ਨਾਲ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ। ਤੁਹਾਡਾ ਪ੍ਰੋਗਰਾਮ ਹੈ, ਤੁਸੀਂ RSS ਮੁਖੀ ਦੇ ਇਸ ਬਿਆਨ ਦੇ ਉੱਤੇ ਕਿਵੇਂ ਇਸ ਨੂੰ ਲੈਂਦੇ ਹੋ, ਇਸ ਨੂੰ ਕਿਸ ਰੂਪ ਵਿੱਚ ਦੇਖਦੇ ਹੋ। ਕੀ ਇਹ ਇੱਕ ਨਗੂਣਾ ਜਿਹਾ ਇਨੋਸੈਂਟ ਬਿਆਨ ਹੈ, ਜਾਂ ਇਸ ਦੇ ਵਿੱਚ ਕਿਹੜੀ ਭਾਵਨਾ ਛੁਪੀ ਹੋਈ ਹੈ? ਉਹ ਇਹ ਕਹਿ ਕੇ, ਇਹ ਬਿਆਨ ਦੇ ਕੇ ਕੀ ਕਹਿਣਾ ਚਾਹੁੰਦੇ ਹਨ, ਖਾਸ ਕਰਕੇ ਜਦੋਂ ਕਿ RSS ਦੀ ਜਿਹੜੀ ਮੇਨ ਪੋਲੀਟੀਕਲ ਪਾਰਟੀ ਭਾਰਤੀ ਜਨਤਾ ਪਾਰਟੀ ਭਾਈਵਾਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਔਰ ਉਸ ਦੇ ਬਾਰੇ ਕੁਝ ਹੋਰ ਤੱਥ ਹੈ ਜਿਹੜੇ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੇ ਕਰਾਂਗੇ। ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 516 825 0006 ਦੇ ਉੱਤੇ। ਹੈਲੋ 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 ਹਾਂਜੀ, ਕੌਣ ਬੋਲ ਰਹੇ ਜੀ? ਮੈਂ ਪ੍ਰਗਟ ਸਿੰਘ ਬਲ ਬੋਲਦਾ ਹਾਂ ਜੀ ਬਲ ਸਾਹਿਬ ਜੀ ਆਇਆਂ ਨੂੰ। ਹਾਂਜੀ, ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਪ੍ਰੋਗਰਾਮ ਦੇ ਬਾਰੇ?
ਪਰ ਤੁਹਾਡੀ ਸ਼ਖਸੀਅਤ ਤੋਂ ਬਾਹਰ ਕੋਈ ਵਿਚਾਰ ਨਹੀਂ ਰਹਿੰਦੇ ਜਿਹੜੇ ਕੋਈ ਬੋਲ ਸਕੇ, ਪਰ ਫਿਰ ਵੀ ਕੋਸ਼ਿਸ਼ ਕਰਦੇ ਆ। ਨਹੀਂ ਨਹੀਂ ਨਹੀਂ, ਮੈਂ ਬੋਲਣਾ ਬੰਦ ਕਰ ਦੇਣਾ। ਤੁਸੀਂ ਚਾਨਣਾ ਪਾਇਆ ਵਾ, ਜਿੰਨੀ ਵਿਸਤਾਰ ਨਾਲ ਤੁਸੀਂ ਸਮਝਾ ਸਕਦੇ ਜੇ ਅਸੀਂ ਨਮੂਨਾ ਜਿਹਾ ਨਹੀਂ ਤੁਸੀਂ ਉਪਰਾਲਾ ਕਰ ਸਕਦੇ ਆ, ਵੈਸੇ ਇਹਨਾਂ ਦੇ ਕੋਈ ਜਾਣਦੇ ਨਹੀਂ। ਸੰਗਤ ਗੁਰੂ ਰੂਪ ਹੈ, ਜ਼ਰੂਰ ਦੱਸੋ। ਹਾਂਜੀ ਜੀ। RSS ਵਾਲਿਆਂ ਕੋਲ ਭਲਾ ਹੀ ਨਹੀਂ ਹੈਗਾ ਜੀ ਅੱਜ ਤੱਕ ਸਿੱਖ ਜਿਉਂਦਾ ਜੀ। ਤੁਹਾਨੂੰ ਮੈਂ ਉਹਦੀ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦਾ ਜਿਹੜਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਲੱਗਾ ਹੋਇਆ ਹੈ। ਹਾਂਜੀ। ਜਦੋਂ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਬਣਿਆ, ਸਾਂਝੀ ਵਾਰਤਾ ਦਾ ਪ੍ਰਤੀਕ ਹੀ ਸਾਰਿਆਂ ਮਜ਼ਹਬਾਂ ਦਾ ਸਾਂਝਾ ਹੈ। ਜੀ ਜੀ ਜੀ। ਗੁਰੂ ਮਹਾਰਾਜ ਨੇ ਜਦੋਂ ਉਹਨਾਂ ਦੀ ਨੀਂਹ ਪੱਥਰ ਰਖਾਇਆ, ਉਹ ਮੀਆਂ ਮੀਰ ਜੀ ਕੋਲ ਰਖਾਇਆ, ਉਹ ਮੁਸਲਮਾਨ ਸਨ। ਜੀ ਜੀ ਜੀ। ਤੁਸੀਂ ਹਿਸਾਬ ਲਾਓ ਵੀ ਜਦੋਂ ਐਜੀਟੇਸ਼ਨਾਂ ਚੱਲੀਆਂ, ਮਾੜਾ ਦੌਰ ਆਇਆ, ਉਹ ਸਟੇਸ਼ਨ ਨੂੰ ਉੱਥੇ ਹਰਬੰਸ ਲਾਲ ਖੰਨਾ ਜੀ MLA ਹੈਗੇ। ਚੰਗਾ ਕੀਤਾ ਤੁਸੀਂ ਨਾਂ ਯਾਦ ਕਰਾਤਾ। ਹਾਂਜੀ। ਤੇ ਉਹਨਾਂ ਨੇ ਕੋਲ ਖਲੋ ਕੇ ਉਹ ਮਾਡਲ ਨੂੰ ਤੜਵਾਇਆ। ਹਾਂਜੀ। ਇਹ ਸਿੱਖਾਂ ਦਾ ਵਾ। ਹਾਂਜੀ ਠੀਕ ਹੈ। ਉਹ ਵੀ RSS ਦਾ ਹੀ ਸਮਝ ਲਓ ਇੱਕ ਹਿੱਸਾ ਵਾ। ਜੀ 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 ਠੀਕ ਹੈ। ਤੁਸੀਂ ਵੇਖ ਲਓ ਵੀ ਉਸ ਤੋਂ ਬਾਅਦ ਬੁੱਢਿਆਂ ਨੇ ਉਹਨੂੰ ਸੋਧਾ ਲਾਇਆ। ਭਾਵੇਂ ਮੈਂ ਉਹਨੂੰ ਗੱਲ ਚੰਗੀ ਨਹੀਂ ਸਮਝਦਾ, ਪਰ ਫਿਰ ਵੀ ਇਸ ਕਰਕੇ ਚੰਗੀ ਕਹਿਣਾ ਪੈਂਦਾ ਵੀ ਇਹੋ ਜਿਹੇ ਪਾਪੀ ਨੂੰ ਹੋਣਾ ਹੀ ਚਾਹੀਦਾ। ਜੀ ਜੀ ਜੀ। ਤੇ ਬਾਦਲ ਸਾਹਿਬ ਉਹਨਾਂ ਮੁੰਡਿਆਂ ਦੇ ਭੋਗਾਂ ਤੇ ਜਾ ਕੇ ਕਹਿੰਦੇ ਵੀ ਤੁਸੀਂ ਵਧੀਆ ਕੀਤਾ। ਤੇ ਮੁੜ ਕੇ ਵਾਜਪਾਈ ਦੀ ਸਰਕਾਰ ਆਈ ਤੇ ਉਸ MLA ਸਾਹਿਬ ਖੰਨਾ ਸਾਹਿਬ ਦਾ ਸ਼ਹੀਦੀ ਸਮਾਰਕ ਬਣਾਇਆ ਗਿਆ ਅੰਮ੍ਰਿਤਸਰ ਦਰਗਿਆਨਾ ਮੰਦਿਰ ਦੇ ਬਾਹਰ। ਜੀ 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 ਬਿਲਕੁਲ ਸਹੀ ਹੈ। RSS ਵਾਲਿਆਂ ਤੇ ਕਰਨਾ ਹੀ ਵਾਜਪਾਈ ਸਾਹਿਬ, ਅਡਵਾਨੀ ਸਾਹਿਬ ਤੇ ਵਿਚਕਾਰੋਂ ਇੱਟ ਜਿਹੜੀ ਸਮਾਰਕ ਦੇ ਨੀਂਹ ਪੱਥਰ ਦੀ, ਉਹ ਬਾਦਲ ਸਾਹਿਬ ਨੇ ਫੜੀ। ਤੇ ਜਦੋਂ ਕੌਮ ਦੇ ਏਡੇ ਸ਼ਹਿਨਸ਼ਾਹ, ਏਡੇ ਆਗੂ ਵੇਖ ਜਾਣ ਉੱਥੇ, RSS ਵਾਲਿਆਂ ਤੇ ਗੁੱਸਾ ਹੀ ਨਹੀਂ ਕਰਨਾ ਚਾਹੀਦਾ ਜੇ ਉਹਨਾਂ ਥੋੜਾ ਬਹੁਤਾ ਪਰਾਂ ਜਾ ਕੇ ਬਿਆਨ ਦੇ ਦਿੱਤਾ। ਜੀ ਜੀ। ਤੁਹਾਡਾ ਸਾਡੀ ਕੌਮ ਦਾ ਇਕੱਠੇ ਹੋਣਾ ਨਾ ਹੀ ਸਾਰਾ ਹੋ ਰਿਹਾ ਜੀ। ਸਾਰੀ ਕੌਮ ਆ ਹੁਣੇ ਖਾਲਸਾ ਦਾ ਮੋਰਚਾ ਲਾਇਆ ਸੀ ਉਹਨੇ ਬੰਦੀਆਂ ਵਾਸਤੇ ਜਿਹੜੇ ਜੇਲ੍ਹ 'ਚ ਬੈਠੇ ਆ ਜੀ। ਦੇਸ਼ਾਂ ਵਿਦੇਸ਼ਾਂ ਸਾਰੀ ਕੌਮ ਨੇ ਉਹਦੀ ਸਪੋਰਟ ਕੀਤੀ ਤੇ ਵੇਲੋ ਸਰਕਾਰ ਨੂੰ ਝੁਕਣਾ ਹੀ ਪਿਆ। ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਹਾਡੇ ਵਿਚਾਰ ਜਿਹੜੇ ਹੈ ਬਹੁਤ ਕੀਮਤੀ ਹੈ। ਸੋ ਜੋ ਕੁਛ ਉੱਥੇ ਹੋਇਆ ਸੀ ਉਹ ਸਾਰੇ ਦਾ ਸਾਰਾ ਜਿਹੜਾ ਤੁਸੀਂ ਦੱਸ ਰਹੇ ਹੋ, ਜਿੰਨਾ ਕੁਝ ਉਹਨਾਂ ਨੇ ਕੀਤਾ ਸੀ, ਸ਼ਾਇਦ ਤੁਸੀਂ ਉਹਦਾ ਸਿਰਫ 10ਵਾਂ ਹਿੱਸਾ ਦੱਸ ਸਕੇ ਹੋ। ਉਹਨਾਂ ਨੇ ਬਹੁਤ ਜ਼ਿਆਦਾ ਬੇਹੁਰਮਤੀ ਕੀਤੀ ਸੀ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਈਟ ਪੇਪਰ ਦੇ ਵਿੱਚ ਉਹ ਸਾਰਾ ਰਿਕਾਰਡਡ ਹੈ। ਪਰ ਹੁਣ ਜਦੋਂ ਮੀਟਿੰਗਾਂ ਹੁੰਦੀਆਂ BJP ਤੇ ਅਕਾਲੀ ਦਲ ਦੀਆਂ, ਉਸੇ ਖੰਨਾ ਜੀ ਦੇ ਸਮਾਰਕ ਦੇ ਵਿੱਚ ਹੀ ਹੁੰਦੀਆਂ, ਹਰਬੰਸ ਲਾਲ ਖੰਨਾ ਦੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਕਿਰਪਾ ਕਰਕੇ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕਿ ਤੁਸੀਂ ਇਸ ਭਾਗਵਤ ਜੀ ਦੇ ਬਿਆਨ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ। ਇੱਕ ਵਕਫੇ ਦੇ ਬਾਅਦ। ਟੈਕਸ ਪ੍ਰੋਬਲਮ? ਨੋ ਪ੍ਰੋਬਲਮ। ਕੰਪਿਊਟੈਕਸ INC ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ INC ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ। ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, MTA ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ INC ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। We cover all 50 states. ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 7183715555, 7184265695। ਲਾਅ ਗਰੁੱਪ ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇੰਕਲੂਡਿੰਗ ਅਸਾਈਲਮ, ਡਿਪੋਰਟੇਸ਼ਨ, ਡਿਫੈਂਸ, ਫੈਮਿਲੀ
एम्प्लॉयमेंट एंड इन्वेस्टमेंट बेस्ड इमीग्रेशन। इथे हर तरह के क्रिमिनल केसेस जिਵੇਂ वायलेशन, टैक्सी लिमोजिन कमीशन ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਈਵੋਰਸ ਕੇਸਿਸ, ਵਿਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 888824 7227 ਅਤੇ 917728 0049। Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. गुरु की पाशे चलिए, अपना जीवन सफल बनाइए। आओ गुरु की पाशे चलिए, अपना जीवन सफल बनाइए। अपना जीवन सफल बनाइए। शेर व्हाइट होल व्हीट आटा फाइबर वाला। शेर व्हाइट होल व्हीट आटा फाइबर वाला, हार्ट एंड स्ट्रोक फाउंडेशन और होल ग्रेन काउंसिल से अप्रूव। आपका हाजमा करे बढ़िया, कोलेस्ट्रॉल और वेट कंट्रोल में करे आपकी मदद और हार्ट डिजीज से आपको रखे सुरक्षित। शेर व्हाइट होल व्हीट आटा, शेर आटा घर लाओ। महाराजा क्वालिटी स्वीट्स एंड स्नैक्स न्यूयॉर्क विच प्योर वेजिटेरियन खाना, देसी घ्यो दियां मठाइयां, स्नैक्स ਅਤੇ ਪੂਰੀ ਛੋਲੇ ਦੇ ਬਾਦਸ਼ਾਹ ਸਾਡੀ ਪਛਾਣ। ਖਾਣੇ ਦੇ ਨਾਲ ਨਾਲ ਗਾਹਕਾਂ ਦੀ ਪੂਰੀ ਤਸੱਲੀ ਹੈ। ਅਸੀਂ ਕੇਟਰਿੰਗ ਵੀ ਕਰਦੇ ਹਾਂ। ਸਾਡੀ ਸ਼ਾਪ ਮਹਾਰਾਜਾ ਸਵੀਟ 73/10 37th ਐਵਨਿਊ ਜੈਕਸਨ ਹਾਈਟਸ ਵਿੱਚ ਹੈ। ਹੋਰ ਜਾਣਕਾਰੀ ਦੇ ਲਈ ਕਾਲ ਕਰ ਸਕਦੇ ਹੋ 7185052680। ਪੱਪੂ ਸਵੀਟਸ, ਵਾਹ ਬਈ ਵਾਹ। ਅਸੀਂ ਕਰਦੇ ਹਾਂ ਵੈਜੀਟੇਰੀਅਨ ਅਤੇ ਨੌਨ ਵੈਜੀਟੇਰੀਅਨ ਖਾਣੇ ਦੀ ਕੇਟਰਿੰਗ। ਮਿਠਾਈਆਂ 399 a pound. Always fresh buffet. Sitting capacity for 50 people. Occasion चाहे कोई भी होवे, याद रखो पप्पू Sweets. For more information, call Puppu Sweets. We are located at major intersection, William Parkway, Cressler Drive. ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਨਾਦਰ ਸ਼ਾਹ ਨੇ ਜਦੋਂ ਹਮਲਾ ਕੀਤਾ ਤਾਂ ਦਿੱਲੀ ਲੁੱਟੀ, ਦਿੱਲੀ ਨੂੰ ਉਸਨੇ ਤਹਿਸ ਨਹਿਸ ਕੀਤਾ। ਸ਼ਾਹ ਆਲਮ ਦੋਇਮ ਨੇ ਆਪਣੀ ਬੇਟੀ ਦਾ ਰਿਸ਼ਤਾ ਨਾਦਰ ਦੇ ਪੁੱਤਰ ਦੇ ਨਾਲ ਕਰਕੇ, ਨਾਸਰ ਦੇ ਨਾਲ ਕਰਕੇ ਆਪਣੀ ਜਾਨ ਛੁਡਾਈ, ਪਰ ਵਾਪਸੀ ਦੇ ਉੱਤੇ ਸਿੱਖਾਂ ਨੇ ਉਸ ਦਾ ਭਾਰ ਹੌਲਾ ਕੀਤਾ। ਗਵਰਨਰ ਨੂੰ ਸੱਦ ਕੇ ਉਸਨੇ ਪੁੱਛਿਆ ਇਹ ਕੌਣ ਹਨ। ਉਸਨੇ ਕਾਫੀ ਵਿਸਥਾਰ ਸਹਿਤ ਉਹ ਜਿਹੜੀ ਜਾਣਕਾਰੀ ਦਿੱਤੀ, ਬਹੁਤ ਹੀ ਦਿਲਚਸਪ ਹੈ। ਇੱਕ ਦੁਸ਼ਮਣ ਦੇ ਮੂੰਹੋਂ ਉਸਨੇ ਜਿਹੜੀ ਸਾਰੀ ਗੱਲ ਕੀਤੀ, ਪਰ ਉਸ ਦੇ ਵਿੱਚ ਇੱਕ ਗੱਲ ਉਸਨੇ ਪੁੱਛੀ
ਕਿ ਕੀ ਸਿੱਖਾਂ ਨੂੰ ਕਿਸੇ ਤਰੀਕੇ ਦੇ ਨਾਲ ਇਰੀਟੇਟ ਵੀ ਕੀਤਾ ਜਾ ਸਕਦਾ ਹੈ, ਚੜਾਇਆ ਵੀ ਜਾ ਸਕਦਾ ਹੈ। ਨਾਦਰ ਕਹਿਣ ਲੱਗਾ, ਗਵਰਨਰ ਕਹਿਣ ਲੱਗਾ ਨਾਦਰ ਨੂੰ, ਹਾਂ ਇੱਕ ਗੱਲ ਹੈ, ਹਿੰਦੂ ਕਹੇ ਤੇ ਖਿਜਤ ਵਧੇਰਾ, ਇਹਨਾਂ ਨੂੰ ਹਿੰਦੂ ਕਹਿ ਦਿਓ, ਇਹ ਬਹੁਤ ਬੁਰੀ ਤਰ੍ਹਾਂ ਖਿਜ ਜਾਂਦੇ ਹਨ। ਭਾਰਤ ਦੇ ਪਾਰਲੀਮੈਂਟ ਨੇ ਜਿਹੜਾ ਐਕਟ ਪਾਸ ਕੀਤਾ ਹੈ ਉਹਦੇ ਵਿੱਚ ਸਿੱਖ ਦੀ ਪਰਿਭਾਸ਼ਾ ਦਿੱਤੀ ਹੈ। ਇਹ ਸਿੱਖ ਇਜ਼ ਏ ਕੇਸਾਧਾਰੀ ਪਰਸਨ who believes and follows the teachings of Guru Granth Sahib only and has no other religion। ਇਹ ਬਹੁਤ ਹੀ ਅਹਿਮ ਹੈ, and has no other religion। ਬਿਲਕੁਲ ਇਨ ਬਿਨ ਇਹੀ ਪਰਿਭਾਸ਼ਾ ਸਿੱਖ ਦੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਹੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ, ਜਬ ਲਖ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਨਿਆਰੇ ਦਾ ਮਤਲਬ ਵੱਖ ਨਹੀਂ ਹੈ, ਨਿਆਰੇ ਦਾ ਮਤਲਬ ਵਿਸ਼ੇਸ਼ ਹੈ। ਤੁਹਾਡੇ ਵਿਚਾਰ ਭਾਗਵਤ ਜੀ ਦੇ ਇਸ ਕਥਨ ਦੇ ਉੱਤੇ, ਜਿਹੜਾ ਬਾਰ-ਬਾਰ ਉਹ ਕਹਿੰਦੇ ਹਨ, ਕਿਸ ਮਨਸ਼ਾ ਦੇ ਨਾਲ ਕਹਿੰਦੇ ਹਨ ਕਿ ਇਹ ਸਿੱਖ, ਇਹਨਾਂ ਦੀ ਹੋਂਦ ਵੱਖਰੀ ਨਹੀਂ ਹੈ, ਇਹ ਹਿੰਦੂ ਹੀ ਹਨ। ਤੁਹਾਡੇ ਵਿਚਾਰਾਂ ਦਾ ਸਵਾਗਤ ਹੈ, ਜੀ ਆਇਆਂ ਨੂੰ। ਹੈਲੋ, ਸਤਿ ਸ਼੍ਰੀ ਅਕਾਲ ਲਾਂਬਾ ਸਾਹਿਬ, ਮੈਂ ਬਰਿੰਦਰ ਆਲੂਵਾਲੀਆ ਬੋਲ ਰਿਹਾ। ਆਲੂਵਾਲੀਆ ਸਾਹਿਬ ਜੀ ਆਇਆਂ ਨੂੰ। ਹਾਂ ਜੀ ਆਲੂਵਾਲੀਆ ਸਾਹਿਬ ਜੀ। ਬਦਕਿਸਮਤੀ ਸਾਡੇ ਨਾਲ ਇਹ ਹੈ ਜੀ ਕਿ ਸਿੱਖ ਹਲੇ ਵੀ ਬੜੇ ਫਿਰਕਾ ਪ੍ਰਸਤ ਹੈਗੇ ਨੇ। ਅਸੀਂ ਅਲੱਗ-ਅਲੱਗ ਮਜ਼ਹਬਾਂ ਦੇ ਵਿੱਚ ਵੰਡੇ ਹੋਏ ਹਾਂ, ਅਸੀਂ ਇਕੱਠੇ ਨਹੀਂ ਹੋਏ। ਜੀ 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 ਜੀ। ਦੂਜੀ ਮੋਹਨ ਭਾਗਵਤ ਜੀ ਨੇ ਜਿਹੜੀ ਗੱਲ ਕਹੀ ਹੈ, ਉਹਨਾਂ ਦਾ ਇਸ਼ਾਰਾ ਕਨਸਟੀਟਿਊਸ਼ਨ ਕਲੌਜ਼ ਦੇ 25 ਆਈ ਬਿਲੀਵ ਇਸ ਉਹਦੇ ਚ ਹੈ, ਜਿੱਥੇ ਕਿ ਸਿੱਖ ਔਰ ਜੈਨ ਕਮਿਊਨਿਟੀ ਨੂੰ ਹਿੰਦੂ ਹੀ ਮੰਨਿਆ ਜਾਂਦਾ ਹੈ। ਜੀ ਜੀ। ਹੁਣ ਉਹ ਉਹਨਾਂ ਦਾ ਇਸ਼ਾਰਾ ਇਹ ਹੈ ਕਿ ਜਾਂ ਤਾਂ ਇਹ ਕਲੌਜ਼ ਬਦਲੋ। ਜੀ। ਹੁਣ 47 ਤੋਂ ਹੁਣ ਤੱਕ ਸਾਡੇ ਕਨਸਟੀਟਿਊਸ਼ਨ ਦੀਆਂ 97 ਅਮੈਂਡਮੈਂਟਸ ਆ ਚੁੱਕੀਆਂ। 98 ਅਮੈਂਡਮੈਂਟ ਇਹ ਹੋ ਸਕਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਫਰਮਾਇਆ ਕਿ ਸਿੱਖ ਕੌਣ ਨੇ ਜਿਨ੍ਹਾਂ ਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਬਿਲੀਵ ਕਰਦੇ, ਜਿਹੜਾ ਕਿ ਹੋਰ ਕੋਈ ਰਿਲੀਜਨ ਨਹੀਂ ਹੈ। ਲੇਕਿਨ it has to be cleared in the constitution। ਜਦ ਤੱਕ ਇਹ ਕਲੌਜ਼ ਰਹੇਗੀ ਇਹ ਝਗੜਾ ਰਹੇਗਾ। ਹੁਣ ਜਿੰਨੇ ਵੀ ਸਾਡੇ ਸਿੱਖ ਲੀਡਰ ਹੈਗੇ ਨੇ, ਭਾਵੇਂ ਪੰਜਾਬ ਦੇ ਹੋਣ ਜਾਂ ਹੋਰ ਇਲਾਕੇ ਦੇ ਜਿਹੜੇ ਪਾਰਲੀਮੈਂਟ 'ਚ ਬੈਠੇ ਨੇ, ਉਹਨਾਂ ਨੂੰ ਚਾਹੀਦਾ ਹੈ ਇਹ ਅਮੈਂਡਮੈਂਟ ਪਾਸ ਕਰਾਉਣ। ਹੁਣ ਜਨਤਾ ਜਿਹੜੀ ਵੀ ਪਾਰਟੀ ਆਏਗੀ, ਅਗਰ ਜਨਤਾ ਦਲ ਆ ਗਈ, ਬੀਜੇਪੀ ਆ ਗਈ, ਉਹਨਾਂ ਦੇ ਨਾਲ ਮਿਲ ਕੇ ਇਹ ਅਮੈਂਡਮੈਂਟ ਜ਼ਰੂਰ ਪਾਸ ਕਰਾਉਣ। ਇਹਦੇ 'ਚ ਕੋਈ ਮੁਗਾਲਤਾ ਨਾ ਰਹਿ ਜਾਏ। ਜੀ, ਮੈਂ ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਨੂੰ ਜਿਹੜੀ ਕਰ ਰਹੇ ਹੋ। ਮੈਂ ਸਿਰਫ ਇਹਦੇ ਵਿੱਚ ਇੱਕ ਗੱਲ ਦਾ ਵਾਅਦਾ ਜ਼ਰੂਰ ਕਰਨਾ ਚਾਹਾਂਗਾ। ਇਹ ਜਿਹੜੀ ਧਾਰਾ 25(2)(b) ਹੈ, ਇਹ ਦਰਅਸਲ ਇਹਦੇ ਤੇ ਬੜੀ ਇਮਾਨਦਾਰੀ ਦੇ ਨਾਲ ਜਿਹੜੇ ਸਿੱਖ ਇੰਟੈਲੈਕਚੁਅਲਸ ਹੈ, ਵਿਦਵਾਨ ਹੈ, ਉਹ ਵੀ ਇਸ ਗੱਲ ਦੇ ਵਿੱਚ ਦੋ ਇਹਨਾਂ 'ਚ ਵੰਡੇ ਹੈ। ਇੱਕ ਬਹੁਤ ਹੀ ਸੂਝਵਾਨ ਧੜੇ ਦਾ ਇਹ ਵੀ ਕਹਿਣਾ ਹੈ ਕਿ ਇਹ ਧਾਰਾ 25(2)(b) ਹੀ ਇੱਕੋ ਇੱਕ ਕਲੌਜ਼ ਪੂਰੇ ਸੰਵਿਧਾਨ ਦੇ ਵਿੱਚ ਹੈ ਜਿਹੜੀ ਸਿੱਖਾਂ ਦੀ ਵੱਖਰੀ ਹੋਂਦ ਨੂੰ ਰੈਕੋਗਨਾਈਜ਼ ਕਰਦੀ ਹੈ, ਜਿਹਦੇ ਵਿੱਚ ਉਹਦੇ ਵਿੱਚ ਇਹ ਲਿਖਿਆ ਹੈ ਕਿ ਜਿਹੜਾ ਲਾਅ ਹੈ ਐਜ਼ ਐਪਲੀਕੇਸ਼ਨ ਟੂ ਦ ਹਿੰਦੂਜ਼ ਸ਼ੈਲ ਅਪਲਾਈ ਔਨ ਸਿੱਖਸ ਆਲਸੋ, ਇਹ ਉਹਨਾਂ ਦੀ ਹੋਂਦ ਨੂੰ ਮੰਨਦਾ ਹੈ। ਪਰ ਖੈਰ ਉਹ ਇੱਕ ਬਿਲਕੁਲ ਵੱਖਰਾ ਹੈ। ਸਰਕਾਰ ਨੇ ਸਿੱਖਾਂ ਦੀ ਮੰਗ ਨੂੰ ਲੈ ਕੇ, ਭਾਰਤ ਸਰਕਾਰ ਨੇ ਵੈਂਕਟਾਚਲਈਆ ਕਮਿਸ਼ਨ ਬਣਾਇਆ ਸੀ ਔਰ ਉਹਨਾਂ ਨੇ ਵੀ ਇਸ ਨੂੰ ਅਮੈਂਡਮੈਂਟ ਦਾ ਸੁਝਾਅ ਦਿੱਤਾ ਹੈ। ਉਹ ਅਮੈਂਡਮੈਂਟਸ, ਉਹਨਾਂ ਦੀ ਰਿਕਮੈਂਡੇਸ਼ਨ ਸਰਕਾਰ ਕੋਲ ਪਈਆਂ। ਇਸ ਧਾਰਾ ਨੂੰ ਲੈ ਕੇ ਬਾਦਲ ਸਾਹਿਬ ਨੇ, ਸਾਹ ਸੁਰਜੀਤ ਸਿੰਘ ਬਰਨਾਲਾ ਨੇ ਦਿੱਲੀ ਜਾ ਕੇ ਧਾਰਾ 25 ਨੂੰ ਸਾੜਿਆ ਵੀ ਸੀਗਾ। ਇਹ ਮੰਗ ਤਾਂ ਹੈ, ਪਰ ਹੁਣ ਵਾਕਈ ਤੁਹਾਡੀ ਗੱਲ, ਹੁਣ ਇੱਕ ਬੜੀ ਰੀਸੈਂਟਲੀ ਤੁਹਾਡੀ ਨੌਲੇਜ ਵਾਸਤੇ ਇੱਕ ਵਰਿੰਦਰ ਕੌਰ ਹੈਗੇ ਹੈ ਚੰਡੀਗੜ੍ਹ ਦੇ, ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਜਿਹੜੀ ਕਿ ਉੱਥੇ ਉਹਨਾਂ ਦੀ ਨਜ਼ਰ ਵਿੱਚ ਹੈ। ਉਹਨਾਂ ਨੇ ਇਹ ਮੰਗ ਸਿਰਫ ਇੰਨੀ ਰੱਖੀ ਹੈ ਕਿ ਇਹ ਜਿਹੜਾ ਭੁਲੇਖਾ ਪੈਂਦਾ ਹੈ ਸਿੱਖ ਕੌਣ ਹੈ ਜਾਂ ਹਿੰਦੂ ਹੈ ਕਿ ਨਹੀਂ ਹੈ, ਉਹਨਾਂ ਨੇ ਕਿਹਾ ਕਿ ਹਰ ਬ੍ਰਾਂਡ ਨੂੰ ਹਰ ਇੱਕ ਦਾ ਆਪਣੇ ਨਾਂ ਦੀ ਅਹਿਮੀਅਤ ਹੈ, ਸੋ ਸਾਨੂੰ ਸਿੱਖ ਅਖਵਾਉਣ ਦਾ ਹੱਕ ਹੋਣਾ ਚਾਹੀਦਾ। ਉਹ ਸੁਪਰੀਮ ਕੋਰਟ ਦੇ ਵਿੱਚ ਜ਼ੇਰੇ ਗੌਰ ਹੈ ਔਰ ਸ਼ਾਇਦ ਉਹਦਾ ਛੇਤੀ ਫੈਸਲਾ ਵੀ ਹੋਏਗਾ। ਪਰ ਤੁਸੀਂ ਸਹੀ ਗੱਲ ਨੂੰ ਦੱਸਿਆ ਕਿ ਉਹ ਜਿੰਨੀ ਦੇਰ ਨਹੀਂ ਹੋਏਗੀ, ਕੁਝ ਨਾ ਕੁਝ ਇਹ ਰੋਲਾ ਰੱਪਾ ਪੈਂਦਾ ਹੀ ਰਹੇਗਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਹੋਰ ਜਿਵੇਂ ਕਿ ਇੱਕ ਸੈਕਿੰਡ ਮੈਂ ਹੋਰ ਲਾਂਗਾ ਜੀ। ਜਿੱਥੇ ਤੱਕ ਪਰਮਜੀਤ ਸਿੰਘ ਸਰਰਾ ਦੀ ਗੱਲ ਹੈ ਜੀ,
ਇਹਨਾਂ ਨੂੰ ਚੂਹੇ ਮਾਰਨ ਦੀ ਦਵਾਈ ਦੇ ਦੇਣੀ ਚਾਹੀਦੀ ਹੈ। ਜੀ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਠੀਕ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਆਪਣੇ ਮੈਂ ਸਤਨਾਮ ਸਿੰਘ ਸਿੱਧੂ ਬੋਲਦਾ, ਕਨੇਡਾ ਤੋਂ ਬੋਲਦਾ ਜੀ। ਆਪਣਾ ਲਾਮਾ ਸਾਹਿਬ ਜੀ ਸਰ, ਹਾਂਜੀ। ਉਹਦਾ ਪ੍ਰੋਗਰਾਮ ਸਿਰਮੁੱਥੇ ਹੁੰਦਾ ਹਮੇਸ਼ਾ, ਅਸੀਂ ਤਾਂ ਲੀਕਦੇ ਰਹੇ ਤੁਹਾਡੀ ਗੱਲਾਂ। ਜੀ ਜੀ ਜੀ, ਹੁਕਮ ਕਰੋ। ਹਾਂਜੀ ਮੋਟੋ ਬੋਲਾਂ ਜੀ ਸਰ। ਹਾਂਜੀ, ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਵੀ ਜਿਵੇਂ ਅੱਜ ਦੀ ਨਵੀਂ ਖਬਰ ਆ ਨਾ ਜਿਹੜੀ, ਹਾਂਜੀ, ਵੀ ਇੰਗਲੈਂਡ ਦੇ ਜਿਹੜਾ ਸਿਸਟਮ ਸੀ ਆਪਣੇ ਘਰ ਉੱਤੇ ਹਮਲੇ ਦਾ, ਜੀ ਤੁਹਾਨੂੰ ਉਹ ਪ੍ਰਮੋਟ ਕਰੋ। ਤੇ ਜਿਹੜੀ ਕਈ ਵਾਰ ਤੁਹਾਨੂੰ ਛੋਟੇ ਹੋ ਕੇ ਤੁਹਾਨੂੰ ਵੱਡਿਆਂ ਨੂੰ ਦੱਸਦੇ ਆ। ਨਹੀਂ ਨਹੀਂ, ਕੋਈ ਗੱਲ ਨਹੀਂ, ਸਾਰੇ ਬਰਾਬਰ। ਜਿਹਦਾ ਆਪਣਾ ਅਡਵਾਨੀ ਸੀਗਾ, ਹਾਂਜੀ, ਉਹਨੇ ਖੁਦ ਇਹ ਆਪਦੀ ਆਟੋਬਾਇਓਗ੍ਰਾਫੀ ਲਿਖਿਆ। ਮੈਂ ਕੱਲ ਤੋਂ ਤੂੰ ਸਰਚ ਕੀਤਾ ਵੀ ਆਪਣੇ ਇੰਦਰਾ ਗਾਂਧੀ ਨੂੰ ਕਿਹਾ ਹਮਲਾ ਕਰਿਆ ਜਾਵੇ। ਹਾਂਜੀ, ਮੈਂ ਕੱਲ ਵੀ ਟੀਵੀ ਸੁਣਿਆ ਜੀ। ਅਸੀਂ ਤੁਹਾਡੇ ਉਹ ਲੋਕ ਸੁਣਨ ਵਾਲੇ ਆ ਜਿਹੜੇ ਤੁਹਾਨੂੰ ਪ੍ਰਮੋਟ ਕਰਦੇ ਆ। ਜੀ ਜੀ ਜੀ, ਵੀ ਇਹ ਸਾਨੂੰ ਸੁਣੋਗੇ, ਤੁਹਾਡਾ ਪ੍ਰੋਗਰਾਮ ਉਦੋਂ ਹੀ ਵਧੂਗਾ। ਠੀਕ ਹੈ, ਤੁਹਾਡੇ ਸੁਣਨ ਵਾਲੇ ਅਸੀਂ ਸੱਚੇ ਆ। ਜੀ 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 ਜੀ, ਤੁਹਾਨੂੰ ਆਮ ਬੰਦਾ ਨਹੀਂ ਸੁਣਦਾ, ਤੁਹਾਡਾ ਆਪਦਾ ਸਿੱਖ ਸੁਣਦਾ। ਜੀ ਜੀ, ਠੀਕ ਹੈ। ਅੱਛਾ, ਜਦੋਂ ਤੁਸੀਂ ਉਹਨਾਂ ਨੂੰ ਪ੍ਰਮੋਟ ਕਰਦੇ ਪਏ, ਉਹ ਅਡਵਾਨੀ ਨੂੰ ਪੁੱਛਿਆ ਜਾਵੇ ਤੁਹਾਡਾ ਪ੍ਰੋਗਰਾਮ ਇਹ ਹੋਣਾ ਚਾਹੀਦਾ ਵੀ ਬਾਦਲ ਦੇ ਸਰਕਾਰ ਦੇ ਖਿਲਾਫ ਹੋਣਾ ਚਾਹੀਦਾ ਵੀ ਤੁਸੀਂ ਇੱਕ ਪਾਸੇ ਦਾ ਕਾਂਗਰਸ ਨੂੰ ਕਹਿੰਦੇ ਵੀ ਤੁਹਾਨੂੰ ਅਟੈਕ ਕਰਿਆ, ਤੇ ਤੂੰ ਉਸ ਬੰਦੇ ਨੂੰ ਤੂੰ ਵੀ ਪ੍ਰਮੋਟ ਕਰਦਾ ਖਾਲਸਾ ਦੇ ਜਿਹਨੇ ਲਿਖਿਆ ਪ੍ਰਮੋਟ ਕੀਤਾ। ਜੀ ਜੀ, ਬਿਲਕੁਲ ਬਿਲਕੁਲ। ਇਹ ਕਦੇ ਪ੍ਰੋਗਰਾਮ ਕਿਉਂ ਨਹੀਂ ਆਖਦੇ? ਨਹੀਂ, ਬੜੀ ਵਾਰੀ ਅਸੀਂ ਬਹੁਤ ਹੀ ਵਿਸਥਾਰ ਸਹਿਤ ਔਰ ਲੰਬਾ ਸਭ ਰੱਖੋ ਜਰੂਰ। ਜੀ ਜ਼ਰੂਰ ਜੀ, ਔਰ ਬਲਕਿ ਐਤਕੀ ਮੈਂ ਅਜੇ ਮੇਰਾ ਪ੍ਰੋਗਰਾਮ ਮੈਂ ਗੱਲ ਮੁੱਕੀ ਨਹੀਂ। ਹਾਂਜੀ, ਅੱਜ ਕੈਮਰਾ ਦਾ ਅਜੇ ਮੈਂ ਉਹਨੇ ਇਨਕੁਆਇਰੀ ਕਰਾ ਦੀ ਰਾਈਟ ਵੇ। ਬਿਲਕੁਲ ਕਰਾਈ ਹੈ। ਹਾਂਜੀ, ਇੰਦਰਾ ਗਾਂਧੀ ਨੇ ਕਿਹਾ ਸੀ ਨਾ ਅਟੈਕ ਤੇ। ਹਾਂਜੀ ਹਾਂਜੀ, ਇਹਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਰੋਜ਼ ਤੁਹਾਨੂੰ ਸੁਣਦੇ ਹਾਂ ਤੇ ਰੋਜ਼ ਲੋਕਾਂ ਨੂੰ ਸੁਣਦੇ ਹਾਂ। ਜ਼ਰੂਰ ਜੀ, ਜ਼ਰੂਰ ਜ਼ਰੂਰ। ਅਸੀਂ ਜਿਹੜੇ ਵੀ ਟੀਵੀ ਤੇ ਆਉਣੀ ਚਾਹੀਦੀਆਂ ਵੀ ਜੇ ਤੁਸੀਂ ਸੱਚੇ ਮਨੁੱਖੋ ਜੀ। ਪਹਿਲਾਂ ਅਸੀਂ ਟੋਰਾਂਟੋ ਚੱਲਦਾ ਪ੍ਰੋਗਰਾਮ ਸੀ, ਉਹ ਗਲਤ ਫੇਲ ਹੋ ਗਿਆ। ਠੀਕ ਹੈ, ਠੀਕ ਹੈ। ਤੁਹਾਡਾ ਪ੍ਰੋਗਰਾਮ ਸੱਚੇ ਬਾਦਸ਼ਾਹ ਰੱਬ ਕਰਕੇ ਫੇਲ ਨਾ ਹੋਵੇ। ਠੀਕ ਹੈ। ਅਸੀਂ ਸਾਡੀਆਂ ਹਮਦਰਦੀਆਂ ਤੁਹਾਡੇ ਨਾਲ ਆ, ਸਾਡੇ ਹਮੇਸ਼ਾ ਇੱਕ ਪਲ ਵੀ ਤੁਹਾਡੇ ਨਾਲ ਸਹਿਤ ਦਾ। ਠੀਕ ਹੈ, ਠੀਕ ਹੈ। ਇਸੇ ਪ੍ਰੋਗਰਾਮ ਏਦਾਂ ਹੀ ਬਰਕਰਾਰ ਰੱਖਿਓ ਜੀ। ਪਰੰਤੂ ਇਹ ਚੀਜ਼ ਕੱਲ ਤਾਂ ਜ਼ਰੂਰ ਪੁੱਛੋ ਵੀ ਜਿਵੇਂ ਹੁਣ ਮੁਕਤਸਰ ਮੇਲੇ ਦੀ ਮੈਂ ਤੁਹਾਨੂੰ ਦੱਸਦਾ ਗੱਲ। ਭਾਈ ਸਾਹਿਬ, ਮੇਰੇ ਖਿਆਲ ਹੋਰਾਂ ਨੂੰ ਵੀ ਲੈ ਲਈਏ ਤੇ ਬਹੁਤ ਤੁਹਾਡਾ ਸੁਨੇਹਾ ਬਹੁਤ ਚਲਾ ਗਿਆ ਲਾਮਾ ਸਾਹਿਬ। ਇੱਕ ਮਿੰਟ, ਕੋਈ ਸਿੱਖੀ ਦਰਦਾ ਨਹੀਂ, ਤੁਹਾਡਾ ਸੁਨੇਹਾ ਵੀਰ ਜੀ ਆ ਗਿਆ। ਮੈਨੂੰ ਨਾ ਟੈਕਨੀਕਲੀ ਬ੍ਰੇਕ ਲੈਣੀ ਪੈਣੀ ਹੈ, ਤਾਂ ਕਰਕੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣਾ। ਕਹਿੰਦਾ ਆਸਕ ਟਕ ਜੋ ਆਟ ਲੇਟ। ਹਾਂਜੀ ਹਾਂਜੀ ਹਾਂਜੀ, ਜ਼ਰੂਰ ਕਰ ਲੈਣਾ ਤੁਸੀਂ, ਜ਼ਰੂਰ ਕਰ। ਮੈਂ ਫੋਨ ਤੇ ਰਹੂੰਗਾ, ਮੈਨੂੰ ਫਿਰ ਪੁੱਛੋਗੇ? ਨਹੀਂ, ਮੈਂ ਤੁਹਾਨੂੰ ਮੈਂ ਕਾਲ ਕਰ ਲਾਂਗਾ, ਬਾਅਦ ਵਿੱਚ ਕਰ ਲਾਂਗਾ। ਬਹੁਤ ਬਹੁਤ ਧੰਨਵਾਦ। ਤੁਸੀਂ ਇਹਦੇ ਵਾਂਗੇ ਤੁਸੀਂ ਉਹ ਚੀਜ਼ਾਂ ਤੋਂ ਸਹੀ ਨਹੀਂ ਰਹਿੰਦੇ। ਨਹੀਂ, ਆਪਾਂ ਤੁਸੀਂ ਜ਼ਰੂਰ ਰਾਏ ਦਿਓ, ਜਿੰਨੀਆਂ ਤੁਹਾਡੀਆਂ ਰਾਏ ਹੋਣਗੀਆਂ ਅਸੀਂ ਸਾਰੀਆਂ ਰਾਏ ਤੁਹਾਡੀਆਂ ਲੈ ਕੇ ਕਰਾਂਗੇ। ਔਰ ਜ਼ਰੂਰ ਇੱਕ ਵਕਫਾ ਹੈ, ਉਹਦੇ ਬਾਅਦ ਅਸੀਂ ਮੁੜ ਹਾਜ਼ਰ ਹੋਣੇ। ਕਿਰਪਾ ਕਰਕੇ ਤੁਸੀਂ ਲਾਈਨ ਤੇ ਬਣੇ ਰਹੋ। हाथों की अपनी दास्तां होती है, कभी सृष्टि तो कभी विनाश। ये देखती है, कभी ये सहारा तो कभी विश्वास। सदियों से ये खिलाए पीढ़ियों को निवाला, और हर निवाले में हो शक्ति भोग आटा। जब हाथों से खिलानी है 2 वक्त की रोटी, तो वो जरूर हो शक्ति भोग आटे से बनी, अपने देश का नंबर 1 आटा। कुनाल ज्वेलर दे गहने, वाह पई वाह क्या कहने। गहणियां नाल भर ले जाओ, घरवाली नूं हूर बनाओ। कुनाल ज्वेलर ते आओ, गहणियां नाल सज तज के बागो बाग हो जाओ। असी तुहाडी पसंद दे 22 ਅਤੇ 24 कैरेट दे कड़े, चेन, कॉइन्स, डायमंड कट बैंगल्स ऑर्डर ते तैयार करदे हां। गहणियां दी रिपेयर भी ਇੱਥੇ ਹੀ ਕਰਦੇ ਹਾਂ। ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ। ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 7184787200। याद रखो, कुनाल ज्वेलर 37-08 74 स्ट्रीट, जैक्सन हाइट्स, न्यूयॉर्क। ओबामा केयर अनुसार 2014 ਦੇ ਸ਼ੁਰੂ ਤੋਂ ਅਮਰੀਕਨਸ ਲਈ ਹੈਲਥ ਇੰਸ਼ੋਰੈਂਸ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਕੋਈ ਹੈਲਥ ਇਸ਼ੂ ਹੈ ਤਦ ਵੀ ਇੰਸ਼ੋਰੈਂਸ ਕੰਪਨੀ ਵੱਲੋਂ ਇੰਸ਼ੋਰੈਂਸ ਦੇਣ ਲਈ ਤੁਹਾਨੂੰ ਮਨਾ ਨਹੀਂ ਕੀਤਾ ਜਾਏਗਾ।
ਪੰਜਾਬ ਇੰਸ਼ੋਰੈਂਸ ਦੇ ਸਰਟੀਫਾਈਡ ਐਡਵਾਈਜ਼ਰ ਤੁਹਾਨੂੰ ਸਹੀ ਅਤੇ ਵਧੀਆ ਪਲਾਨ ਲੈਣ 'ਚ ਪੂਰੀ ਮਦਦ ਕਰਨਗੇ, ਜਿਸ ਦੀ ਕੋਈ ਫੀਸ ਨਹੀਂ ਹੋਏਗੀ। ਓਬਾਮਾ ਕੇਅਰ ਵਿੱਚ ਐਨਰੋਲ ਹੋਣ ਦੀ ਡੈਡਲਾਈਨ 31 ਮਾਰਚ 2014 ਹੈ। ਸੋ ਅਮਰੀਕਾ ਦੇ ਕਿਸੇ ਵੀ ਸ਼ਹਿਰ 'ਚ ਸਾਡਾ ਪ੍ਰੋਗਰਾਮ ਦੇਖ ਰਹੇ ਹੋ, ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਕਰਾਉਣ ਲਈ ਪੰਜਾਬ ਇੰਸ਼ੋਰੈਂਸ ਦੇ ਨੰਬਰ ਤੇ ਹੁਣੇ ਕਾਲ ਕਰੋ। Jasprit Singh, attorney at law. For all your immigration matters, asylum cases, deportation, family law, divorce, bankruptcy, entertainment visas, green card, etc., please contact the law offices of Jasprit Singh. With over 15 years of experience, we have handled many critical cases. We have 4 offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, 916-372-4448. अपने देश की सभ्यता, अपने ही लोग, अपनी मातृभूमि आपके पास लाते हुए, अपने देश की हर ग्रोसरी आपका अपना बाजार। Apna Bazaar, cash and carry, with locations in New York and New Jersey. The latest Apna Bazaar location and the largest Indian grocery store in New York is now open in Hicksville. अपना बाजार। America's favorite fashion store, Sahil. Visit our showrooms in Chicago and New Jersey or online at www.sahil.com. Hey, you cool and juicy, hard drop, fresh you see. Maza. Young or old, sabhi hai peete, everyone ke man ko jeete. Party function kabhi bhi piyo, all time favorite drink hai kholo. Taza taza maza maza taza maza taza maza. Hey, you cool and juicy, hard drop, hey fresh. Maza. चाय? ये सब तुम शाही पुलाव के लिए कर रहे हो ना? बना दो ना प्लीज। 49 साल से रोज यही तो खा रहे हो। श्री लाल महल है तो 49 साल कट गए, वरना 49 दिन भी काटने मुश्किल होते। जाओ, नहीं बनाती मैं तुम्हारा शाही पुलाव। बना दो ना प्लीज डार्लिंग। 49 के 50 भी तो करने हैं। गोल्डन जुबिली मनानी है ना। खुशबूदार लंबे दाने वाला श्री लाल महल एम्पायर बासमती राइस। दादी वाओ, शाही पुलाव। लगता है इस बार दादाजी अपनी एनिवर्सरी नहीं भूले। क्यों? बिल्कुल नहीं भूला। श्री लाल महल एम्पायर बासमती राइस, खिले खिले दाने, खिले खिले आप। ਗੱਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਦਰਅਸਲ RSS ਦੇ ਮੁਖੀ ਨੇ ਜੋ ਬਿਆਨ ਦਿੱਤਾ ਹੈ ਉਸ ਦੇ 'ਚ ਉਸ ਤੋਂ ਵੀ ਅਹਿਮ ਹੈ ਰਾਸ਼ਟਰੀ ਸਿੱਖ ਸੰਗਤ। ਇਹਨਾਂ ਦੀ ਇੱਕ ਹੋਰ ਸੰਸਥਾ ਹੈ ਜਿਸ ਦੇ ਬਾਰੇ ਅਕਾਲ ਤਖਤ ਸਾਹਿਬ ਤੋਂ 3 ਦਫਾ ਹੁਕਮਨਾਮੇ ਜਾਰੀ ਹੋਏ ਹਨ ਕਿ ਇਹ ਪੰਥ ਵਿਰੋਧੀ ਸੰਸਥਾ ਹੈ। ਇਹ ਬੜੀ ਹੈਰਾਨੀ ਹੈ ਕਿ ਭਾਵੇਂ ਇਹਨਾਂ ਦੀ ਭਾਈਵਾਲੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਪਰ ਫਿਰ ਵੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਜਾਰੀ ਹੋ ਜਾਣੇ ਔਰ ਅਸੀਂ ਛੇਤੀ ਹੀ ਉਸ ਦੇ ਬਾਰੇ ਤੁਹਾਨੂੰ ਉਹ ਹੁਕਮਨਾਮੇ ਔਰ ਵਿਸਥਾਰ ਸਹਿਤ ਉਹ ਤੁਹਾਨੂੰ ਦੱਸਾਂਗੇ। ਪਰ ਤੁਸੀਂ ਆਪਣੇ ਵਿਚਾਰ ਅੱਜ ਦੇ ਜਿਹੜਾ ਭਾਗਵਤ ਦਾ ਕਹਿਣਾ ਹੈ ਕਿ ਸਿੱਖ ਹਿੰਦੂ ਹੈ, ਇਹਨਾਂ ਦੀ ਵੱਖਰੀ ਹੋਂਦ ਨਹੀਂ ਹੈ, ਇਸ ਦੇ ਬਾਰੇ ਜ਼ਰੂਰ ਆਪਣੇ ਵਿਚਾਰ ਦਿਓ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਉਹੀ ਬੋਲਦਾ ਸਕਾਲ ਸਿੰਘ ਸਿੱਧੂ। ਅੱਛਾ ਜੀ, ਭਾਈ ਸਾਹਿਬ ਮੇਰਾ ਖਿਆਲ ਤੁਹਾਨੂੰ ਨਾ ਜਿਹੜਾ ਤੁਹਾਡਾ ਪ੍ਰੋਗਰਾਮ ਨਾ ਮੈਂ ਜ਼ਿੰਦਗੀ ਦੇਖਿਆ ਨਹੀਂ ਕਦੇ। ਮੈਂ ਤੁਹਾਡੇ ਗੁਸਤਾਖੀ ਮਾਫ, ਮੈਨੂੰ 2 ਮਿੰਟ ਰਹਿ ਗਏ, 1-2 ਹੋਰ ਵੀਰਾਂ ਦੇ ਵੀ ਲੈ ਲਈਏ, ਤੁਹਾਡੇ ਨਾਲ ਜ਼ਰੂਰ ਅਸੀਂ ਫਿਰ ਵਿਚਾਰ ਵਿਸਥਾਰ ਸੇ ਸਾਂਝੇ ਕਰਾਂਗੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਮਟਾਲਾ ਸਾਹਿਬ ਜੀ। ਜੀ ਹੁਕਮ ਕਰੋ। ਨੰਬਰ ਜੀ ਤੁਸੀਂ ਨਾ ਕਈ ਵੀਰਾਂ ਪ੍ਰੋਗਰਾਮ ਲਿਆਏ ਜੀ ਅੱਗੇ ਵੀ। ਹਾਂਜੀ। ਵੀ ਜਿਹੜੇ ਸਿੱਖ ਨੇ ਹਿੰਦੂ ਨਹੀਂ ਹੈਗੇ। ਹਾਂਜੀ।
ਇਹਦੇ ਬਾਰੇ ਮੈਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਹੈਗੀ। ਹੂੰ ਇਹ ਬੜਾ ਇੱਕ ਹਾਸੋਹੀਣਾ ਬਿਆਨ ਦਿੱਤਾ ਉਹਨੇ ਵੀ ਹਿੰਦੁਸਤਾਨ 'ਚ ਰਹਿਣ ਵਾਲਾ ਬੰਦਾ ਹਰ ਇੱਕ ਹਿੰਦੂ ਹੈਗਾ। ਉਹ ਕਹਿੰਦਾ ਵਾ ਆਰਐਸ ਦਾ ਮੁਖੀ ਵੀ ਜਿਹੜੇ ਹਿੰਦੁਸਤਾਨ 'ਚ ਮੁਸਲਮਾਨ ਰਹਿੰਦੇ ਆ ਉਹ ਹਿੰਦੂ ਮੁਸਲਮਾਨ ਨੇ ਜੀ, ਹਿੰਦੂ ਸਿੱਖ ਨੇ, ਹਿੰਦੂ ਈਸਾਈ ਨੇ। ਹਾਂਜੀ, ਇਹ ਬੜਾ ਹਾਸੋਹੀਣਾ ਬਿਆਨ ਹੈ। ਇਸ ਕਰਕੇ ਇਹ ਸਮਝ ਲੱਗਦੀ ਕਿ ਇਹ ਬਿਆਨ ਉਹ ਕਿਵੇਂ ਦੇਈ ਜਾ ਰਿਹਾ ਵੀ ਇੱਕ ਮੁਸਲਮਾਨ ਹੈ ਉਹ ਕਿਵੇਂ ਹਿੰਦੂ ਮੁਸਲਮਾਨ ਕਿਵੇਂ ਹੋਇਆ ਜੀ। ਇੱਕ ਵੇਗ ਜਿਹਾ ਉਹਦਾ ਇਹ ਹੈਗਾ ਇਹ ਉਹ ਕਹਿਣਾ ਵੀ ਜਿਹੜੇ ਈਸਾਈ ਨੇ ਮੁਸਲਮਾਨ ਨੇ ਉਹ ਕਿਵੇਂ ਹਿੰਦੂ ਈਸਾਈ ਹੋ ਗਏ, ਹਿੰਦੂ ਮੁਸਲਮਾਨ ਕਿਵੇਂ ਹੋ ਗਏ। ਠੀਕ ਹੈ ਤੁਹਾਡੀ ਗੱਲ ਬਿਲਕੁਲ ਇਹ ਸਾਰੀ, ਪਰ ਇੱਕ ਗੱਲ ਹੈ ਕਿ ਉੱਥੇ ਹਿੱਟ ਤੇ ਉੱਥੇ ਕਰਦਾ ਨਾ ਹਿਟਿੰਗ ਬਿਲੋ ਦਾ ਬੈਲਟ। ਜੀ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਹੈਲੋ ਵੀ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਸਭਾ ਤੋਂ ਪੁੱਛਿਆ ਜਾਵੇ, ਰਣਜੀਤ ਸਿੰਘ ਨੂੰ ਇੱਕ ਸਜ਼ਾ ਦਿੱਤੀ ਗਈ ਸੀ। ਹਾਂਜੀ, ਉਹ ਕਾਲੀ ਫੁੱਲਾ ਸਿੰਘ ਸੀਗੇ। ਠੀਕ ਹੈ ਉਹਨਾਂ ਨੂੰ ਕਿਸੇ ਅਕਾਲ ਤਖ਼ਤ ਦੇ ਜਥੇਦਾਰ ਨੇ ਸਜ਼ਾ ਦਿੱਤੀ ਸੀ। ਅੱਜ ਕੋਈ ਜਥੇਦਾਰ ਕਿਸੇ ਨੂੰ ਸਜ਼ਾ ਕਹਿੰਦੇ ਸਕਦਾ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਅਕਾਲ ਤਖ਼ਤ ਸਾਹਿਬ ਤੋਂ ਹੀ ਜਿਹੜੇ ਹੈਗੇ ਹੈ ਉਹ ਹੁਣੇ 3 ਹੁਕਮਨਾਮੇ RSS ਦੇ ਅਗੇਂਸਟ ਹੈ। ਅਸੀਂ ਹੋ ਸਕਦਾ ਹੈ ਛੇਤੀ ਤੁਹਾਡੇ ਨਾਲ ਸਾਂਝੇ ਕਰਾਂਗੇ। ਹੈਲੋ ਲਾਂਬਾ ਸਾਹਿਬ, ਸਤਿ ਸ਼੍ਰੀ ਅਕਾਲ। ਹਾਂਜੀ, ਕੌਣ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਜੀਤ ਬੋਲਦਾ ਹਿਊਸਟਨ ਤੋਂ। ਜੀ ਸੁਖਜੀਤ ਜੀ, ਹੁਕਮ ਕਰੋ। ਮੈਂ ਤੁਹਾਡੇ ਕੋਲ ਇੱਕ ਇਨਫੋਰਮੇਸ਼ਨ ਲੈਣੀ ਸੀ ਤੇ ਮੈਂ ਹੁਣ ਨਹੀਂ ਲੈ ਸਕਦਾ ਕਿਉਂਕਿ ਉਹ ਸਿੱਖ ਇਤਿਹਾਸ ਬਾਰੇ ਇਨਫੋਰਮੇਸ਼ਨ ਹੈ ਤੇ ਉਹ ਸਟੀਲ ਤੇ ਫਿਰ ਉਹ ਠੀਕ ਨਹੀਂ ਲੱਗਦਾ ਕਈ ਵਾਰੀ। ਚਲੋ ਫਿਰ ਅਸੀਂ ਜ਼ਰੂਰ ਲਵਾਂਗੇ। ਮੈਂ ਇੱਕ ਜਾਣਕਾਰੀ ਵੀ ਜ਼ਰੂਰ ਦੇਣੀ ਚਾਹਾਂਗਾ, ਥੋੜੀ ਦੇਰੀ ਬਾਅਦ ਮੈਂ ਤੁਹਾਨੂੰ ਜਾਣਕਾਰੀ ਵੀ ਦਿਆਂਗਾ। ਬਹੁਤ ਬਹੁਤ ਧੰਨਵਾਦ। ਹੈਲੋ ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਿਆਰਾ ਸਿੰਘ ਬੋਲਦਾ ਜੀ। ਜੀ ਪਿਆਰਾ ਸਿੰਘ ਜੀ, ਤੁਸੀਂ ਆਪਣੀ ਗੱਲ 10 ਸੈਕਿੰਡ ਵਿੱਚ ਦੱਸ ਸਕਦੇ ਹੋ? ਹਾਂਜੀ ਤੁਸੀਂ ਦੱਸ ਸਕਦੇ ਹੋ। ਹਾਂਜੀ ਇੱਕੋ ਲਾਈਨ ਚੱਲੋ ਜੀ। ਦੇਖੋ ਜੀ, ਜੋ ਅੱਜ ਸੁਣਿਆ ਮੋਹਨ ਭਾਰਗਵਤ ਜੀ, ਇਹਨਾਂ ਨੂੰ ਬੇਨਤੀ ਹੈ ਕਿ ਭਾਰਤ ਦਾ ਕੰਸਟੀਟਿਊਸ਼ਨ ਜਿਹੜਾ ਕਲੌਜ਼ 25(2) ਵੀ ਹੈ ਉਹ ਸਿੱਖ ਧਰਮ ਵਾਸਤੇ ਜਿਹੜਾ ਉਹ ਹਾਨੀਕਾਰਕ ਹੈ, ਉਹਨੂੰ ਬਦਲਾਉਣ ਵਿੱਚ ਸਾਡੀ ਮਦਦ ਕਰਨ। ਜੀ ਜੀ ਵਰਿੰਦਰ ਕੌਰ ਦੀ ਪਟੀਸ਼ਨ ਨੂੰ ਜੇ ਸਪੋਰਟ ਕੀਤੀ ਜਾਵੇ ਸਿੱਖਾਂ ਵੱਲੋਂ। ਬਿਲਕੁਲ ਬਿਲਕੁਲ। ਤੀਸਰਾ, ਫੋਕੀ ਠੋਥੀ ਬਿਆਨਬਾਜ਼ੀ ਕੋਈ ਲੀਡਰ ਨਾ ਕਰੇ, ਆਪਣੀ ਸੌੜੀ ਸੋਚ ਜਿਹੜੀ ਉਹਦਾ ਪ੍ਰਗਟਾਵਾ ਨਾ ਕਰੇ। ਜੀ ਬਹੁਤ ਬਹੁਤ। ਐਸੀ ਸੋਚ ਹਿੰਦੂਤਾ ਵਾਸਤੇ ਵੀ ਘਾਟੇਬੰਦੀ ਹੋਏਗੀ। ਹਾਂਜੀ। ਬਸ ਇਹ ਬੇਨਤੀ ਹੈ। ਬਿਲਕੁਲ ਠੀਕ ਹੈ, ਧੰਨਵਾਦ। ਹੈਲੋ ਸਾਡੇ ਸਮਾਂ ਬਿਲਕੁਲ ਇਜਾਜ਼ਤ ਨਹੀਂ ਦੇ ਰਿਹਾ ਤੇ ਇੱਕ ਤੁਹਾਨੂੰ ਜ਼ਰੂਰ ਜਾਣਕਾਰੀ ਦੇਣੀ ਚਾਹਾਂਗੇ ਕਿ ਜਿਹੜੇ ਵੀ ਧਾਰਮਿਕ, ਪੰਥਕ, ਸਮਾਜਿਕ, ਸਿੱਖ ਪੰਥ ਦੇ ਰਹਿਤ ਮਰਿਆਦਾ ਦੇ ਰਿਲੇਟਡ ਕੋਈ ਵੀ ਜਿਹੜੇ ਸਵਾਲ ਹੋਣ, ਤੁਸੀਂ ਸਾਨੂੰ ਈਮੇਲ ਜ਼ਰੂਰ ਕਰੋ। ਅਸੀਂ ਇੱਕ ਨਵਾਂ ਇਹਦੇ ਵਿੱਚ ਇੱਕ ਕਾਲਮ ਸ਼ੁਰੂ ਕਰਾਂਗੇ ਜਿਹੜਾ ਕਿ ਸਵਾਲ ਜਵਾਬ ਦਾ ਹੋਏਗਾ, ਤਾਂ ਕਿ ਰਹਿਤ ਮਰਿਆਦਾ, ਸਿੱਖ ਇਤਿਹਾਸ ਜਾਂ ਹੋਰ ਕਿਸੇ ਵੀ ਪੱਖ ਦੇ ਉੱਤੇ ਤੁਹਾਡੇ ਕੋਈ ਵੀ ਸਵਾਲ ਹੋਣ, ਤੁਸੀਂ lamba@getpunjabi ਦੇ ਉੱਤੇ ਜ਼ਰੂਰ ਸਾਨੂੰ ਇਹ ਜ਼ਰੂਰ ਭੇਜੋ ਔਰ ਇਸ ਦੇ ਉੱਤੇ ਅਸੀਂ ਤੁਹਾਨੂੰ ਜ਼ਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਹੈਲੋ ਹਾਂਜੀ ਸਾਹਿਬ ਬਹਾਦਰ, ਇਹ ਜਿਹੜਾ ਬਿਆਨ ਹੈ ਬੜਾ ਕਮੀਨਾ ਬਿਆਨ ਹੈ। ਜੀ ਔਰ ਇਹ ਬਿਗਨਿੰਗ ਹਿੰਦੁਸਤਾਨ ਦੀ ਖੰਡਤਾ ਦਾ ਬਿਗਨਿੰਗ ਵੀ ਹੋ ਸਕਦਾ ਹੈਗਾ। ਬਹੁਤ ਮੀਨ ਹੈ, ਸੈਕੂਲਰ ਸਟੇਟ ਹੈਗੀ ਆ ਜੀ। ਔਰ ਨਾਭਾ ਸਾਹਿਬ ਨੇ ਹਮ ਹਿੰਦੂ ਨੇ ਕਿਤਾਬ ਲਿਖੀ, ਬੜਾ ਡਿਟੇਲ ਦੇ ਵਿੱਚ ਦੱਸਿਆ ਹੈਗਾ। ਕੋਈ ਵੀ ਚੀਜ਼ ਨਹੀਂ ਮਿਲਦੀ ਹੈਗੀ, ਪਰ ਇਹੋ ਜਿਹੇ ਬਿਆਨ ਤੋਂ ਸੰਕੋਚ ਕਰਨਾ ਚਾਹੀਦਾ ਹੈਗਾ। ਜੀ ਬਿਲਕੁਲ ਤੁਹਾਡੇ ਹਾਂਜੀ। ਸਾਰੇ ਜਿਹੜੇ ਹਿੰਦੂ ਸਿੱਖ ਜਿਹੜਾ ਹੈਗਾ ਉਹ ਹਿੰਦੂ ਨਹੀਂ, ਸਾਰੇ ਹਿੰਦੂ ਮੁਸਲਿਮ ਈਸਾਈ ਜਿਹੜੇ ਹੈਗੇ ਉਹ ਇੱਕ ਸਿੱਖ ਦੇ ਵਿੱਚ ਫਰਕ ਹੁੰਦੇ। ਸਿੱਖ ਜਿਹੜਾ ਹੈਗਾ ਸਭ ਨੂੰ ਕੰਪਰਾਈਜ਼ ਕਰਦਾ ਹੈਗਾ। ਇਸ਼ਟਾਂ ਦੇ ਵਿੱਚੋਂ ਇਹਨਾਂ ਦਾ ਇਸ਼ਟ ਜਿਹੜਾ ਹੈਗਾ ਸਰਬ ਸਾਂਝਾ ਇਸ਼ਟ ਹੈਗਾ। ਠੀਕ ਹੈ, ਬਹੁਤ ਧੰਨਵਾਦ ਤੁਹਾਡਾ ਸਰ ਰਤਨ ਸਿੰਘ ਜੀ। ਜੀ ਆਇਆਂ ਨੂੰ ਬਹੁਤ ਧੰਨਵਾਦ। ਅਖੀਰ ਦੇ ਵਿੱਚ ਸਿਰਫ ਇੱਕੋ ਲਾਈਨ ਕਹਿਣੀ ਹੈ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਦੀ ਜਿਸ ਕਿਤਾਬ ਦਾ ਜ਼ਿਕਰ ਕੀਤਾ, ਉਹਨਾਂ ਨੇ ਬਹੁਤ ਸੋਹਣਾ ਲਿਖਿਆ, ਮਾਨੇ ਨਾਹੀ ਵੇਦ ਭੇਦ ਸਿਮਰਤ ਪੁਰਾਨਨ ਕੇ, ਪੂਜਤ ਨਾ ਭੈਰੋ ਭੂਤ ਗਿਰਜਾ ਗਣਿੰਦੂ ਹੈ, ਤਿੱਥ ਵਾਰ ਸ਼ਕਨ ਮਹੂਰਤ ਨਾ ਜਾਣੇ ਕੱਛ,
राहु केत शनि शुक्र चंद्रमा दनिंदु है। जात पात मंत्र जंत्र तंत्र व्रत ब्राद श्राद्ध होम संध्या सूतकादि को विश्वासी न हिंदू है। दशमेश को सपूत खालसा है भिन्न पंथ महा है अज्ञानी जो या को कहे हिंदू है। सो खालसे का न्यारापन कायम रहना है, गुरु की बनाई हुई उम्मत है। तुसी अपने विचार जरूर भेजो lamba@getpunjabi.tv के उत्ते एक होर प्रोग्राम लैके हाज़र होवांगे और RSS के बारे जिहड़े अकाल तख्त साहब के हुक्मनामे हैं उन्हां दा जिक्र करांगे। वाहिगुरू जी का खालसा वाहिगुरू जी की फतेह।